ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਸਿੱਖ ਫਿਲਾਸਫੀ ਦਾ ਪ੍ਰੋਗਰਾਮ ਹੈ ਉਹ ਇੱਕ ਬੜੇ ਹੀ ਸਪੈਸ਼ਲ ਇਸ਼ੂ ਦੇ ਉੱਤੇ ਹੈ, ਜਿਹੜਾ ਕਿ ਤਕਰੀਬਨ ਹੌਲੀ ਹੌਲੀ ਸਾਰੀ ਸਾਨੂੰ ਸਿੱਖਾਂ ਨੂੰ ਪਤਾ ਲੱਗਦਾ ਜਾ ਰਿਹਾ ਹੈ ਕਿ ਕੀ ਹੋ ਰਿਹਾ ਹੈ। ਉਹ ਹੈ ਧਾਰਮਿਕ ਕਨਵਰਸ਼ਨ। ਇੰਡੀਆ ਦੇ ਵਿੱਚੋਂ ਬੜੀਆਂ ਅਣਸੁਖਾਵੀਆਂ ਖਬਰਾਂ ਆਉਂਦੀਆਂ ਨੇ। ਲੰਮੇ ਸਮੇਂ ਤੋਂ ਸਿੱਖ ਚੈਨਲ ਨੇ ਅੱਜ ਤੋਂ 6-7 ਸਾਲ ਪਹਿਲਾਂ ਵੀ ਇੱਕ ਲਾਈਵ ਪ੍ਰੋਗਰਾਮ ਉੱਥੋਂ ਕੀਤਾ। ਉੱਥੇ ਦਾ ਪ੍ਰੋਫੈਸਰ ਦਾ ਸੀ, ਜਿਹਨੇ ਐਨਾਲਾਈਜ਼ ਕੀਤਾ ਸੀ ਕਿ ਕਿੱਦਾਂ ਕਨਵਰਸ਼ਨ ਹੋ ਰਹੀ ਹੈ, ਕੀ ਕਰ ਰਹੇ ਨੇ ਉਹ। ਜਿਹੜੀ ਕਿ ਬੋਰਡਰ ਬੈਲਟ ਹੈ ਉਹਦੇ ਵਿੱਚ ਸੁਣਿਆ ਪਿੰਡਾਂ ਦੇ ਪਿੰਡ ਕਨਵਰਟ ਹੋ ਰਹੇ ਨੇ। ਕਪੂਰਥਲੇ ਵਿੱਚ, ਬਹੁਤਾਤ ਵਿੱਚ, ਪਿੰਡਾਂ ਦੇ ਵਿੱਚ ਕ੍ਰਿਸਚੀਅਨਿਟੀ ਵਿੱਚ ਕਨਵਰਸ਼ਨ ਹੋ ਰਹੇ ਨੇ। ਤੇ ਅੱਜ ਆਪਾਂ ਇੱਕ ਉਸ ਨੁਕਤੇ ਤੋਂ ਗੱਲ ਕਰਨੀ ਹੈ ਕਿ ਇਹ ਕਨਵਰਸ਼ਨ ਦੇ ਮੇਨ ਕਾਰਨ ਕੀ ਹੁੰਦੇ ਨੇ, ਕਿਉਂਕਿ ਦੁੱਖ ਸਾਰਿਆਂ ਨੂੰ ਇੱਥੇ ਬੈਠਿਆਂ ਨੂੰ, ਪੰਜਾਬ ਨਾਲ ਆਪਾਂ ਜੁੜੇ ਹੋਏ ਹਾਂ ਜੋ ਹੋ ਰਿਹਾ ਹੈ। ਅਤੇ ਇਹ ਵੀ ਨਹੀਂ ਕਿ ਜਿਹੜੇ ਉੱਥੇ ਵਸਦੇ ਨੇ ਉਹਨਾਂ ਨੂੰ ਨਾ ਹੋਵੇ, ਠੀਕ ਆ, ਥੋੜਾ ਹੋਵੇਗਾ, ਪਰ ਆਪਾਂ ਇੱਥੇ ਵਸਦੇ ਜੋ ਵੀ ਕੁਝ ਕਰ ਸਕਦੇ ਹਾਂ ਉਹ ਆਪਾਂ ਨੂੰ ਕਰਨਾ ਚਾਹੀਦਾ ਹੈ ਇਸ ਵੇਲੇ, ਜਿਸ ਪੜਾਅ ਦੇ ਵਿੱਚ ਆਪਾਂ ਲੰਘਣਾ ਹੈ। ਤੇ ਇਹ ਸਭ ਕੁਝ ਕਰਨ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਪੈਣਾ ਹੈ ਵੀ ਕੀ ਹੋ ਰਿਹਾ ਹੈ, ਕਿੱਦਾਂ ਹੋ ਰਿਹਾ ਹੈ, ਕੌਣ ਕਰ ਰਿਹਾ ਹੈ, ਤੇ ਬਾਅਦ ਵਿੱਚ ਉਸ ਦਾ ਸੋਲੂਸ਼ਨ ਵੀ ਆਪਾਂ ਲੱਭਾਂਗੇ। ਸੋ ਇਹ ਸਾਰੇ ਆਪਾਂ ਹਿਸਟਰੀ ਦੇ ਉੱਤੇ ਜਾਂ ਚੱਲਦੇ ਹੋਏ ਮਸਲੇ ਅੱਜ ਕੱਲ੍ਹ ਦੇ ਜੋ ਕੁਝ ਹੋ ਰਿਹਾ ਉਹਦੇ ਉੱਤੇ ਚਾਨਣਾ ਪਾਉਣ ਵਾਸਤੇ, ਗੱਲਬਾਤ ਕਰਨ ਵਾਸਤੇ ਹਮੇਸ਼ਾ ਦੀ ਤਰ੍ਹਾਂ ਆਪਣੇ ਕੋਲ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ ਹਾਜ਼ਰ ਨੇ ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਉਹ ਆਪਾਂ ਨੂੰ ਦੱਸਣਗੇ ਵੀ ਇਹਦੀ ਐਸਪੈਕਟਸ ਕੀ ਆ ਕਨਵਰਸ਼ਨ ਦੀ। ਸੋ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਸਾਨੂੰ ਪੂਰਨ ਉਮੀਦ ਹੈ ਕਿ ਤੁਸੀਂ ਆਪਣੇ ਜਿਹੜੇ ਹੌਲੀਡੇ ਸਨ 2 ਹਫ਼ਤੇ ਦੇ ਪੂਰੇ ਇੰਜੋਏ ਕੀਤੇ ਹੋਣਗੇ, ਕਿਉਂਕਿ ਅੱਜ ਜਿਹੜਾ ਖਿੜਿਆ ਹੋਇਆ ਹੈ ਰੰਗ ਲਾਲ ਹੈ, ਧੁੱਪ ਸੇਕ ਕੇ ਆਏ ਹੋ, ਠੀਕ ਹੈ। ਰੰਗ ਲਾਲ ਨਹੀਂ, ਕਾਲਾ। ਧੁੱਪ ਦੇ ਵਿੱਚ ਬੈਠ ਕੇ ਰੰਗ ਕਾਲਾ ਕਰਕੇ ਆਏ ਆ ਤੇ ਵਧੀਆ ਮੌਸਮ ਦੇ ਵਿੱਚ 2 ਹਫ਼ਤੇ ਕੱਟ ਕੇ ਆਏ ਆ। ਉਹਦੇ ਲਈ ਸਤਿਗੁਰੂ ਦਾ ਧੰਨਵਾਦ ਹੈ ਤੇ ਸੋ ਬੈਟਰੀ ਰੀਚਾਰਜ ਹੋ ਗਈ। ਹਾਂਜੀ, ਬੈਟਰੀ ਫੁੱਲੀ ਰੀਚਾਰਜ ਹੋ ਗਈ ਹੈ, ਸਰੀਰ ਦੀ ਬੈਟਰੀ ਚਾਰਜ ਹੋ ਗਈ। ਹਾਂਜੀ ਹਾਂਜੀ। ਜਿਹੜਾ ਤੁਹਾਡਾ ਹਾਂਜੀ ਜੀ ਜਿਹੜਾ ਤੁਹਾਡਾ ਸਵਾਲ ਆ ਨਾ, ਇਹ ਧਰਮ ਪਰਿਵਰਤਨ ਦਾ, ਹਾਂਜੀ, ਇਹ ਅੱਜ ਦਾ ਨਵਾਂ ਸਵਾਲ ਨਹੀਂ ਹੈ। ਇਹ ਹਜ਼ਾਰਾਂ ਸਾਲ ਤੋਂ ਹੁੰਦਾ ਹੈ ਜੀ। 2 ਤਰ੍ਹਾਂ ਦੀ ਧਰਮ ਪਰਿਵਰਤਨ ਹੈ, ਇੱਕ ਜਿਹੜਾ ਦਿਖਾਈ ਦਿੰਦਾ ਹੈ ਤੇ ਇੱਕ ਦਿਖਾਈ ਨਹੀਂ ਦਿੰਦਾ, ਚੁੱਪ ਚਪੀਤੇ ਹੀ ਹੋ ਜਾਂਦਾ ਹੈ। ਤੇ ਸਾਡੀ ਅੱਜ ਤਰਾਸਦੀ ਇਹ ਹੈ ਕਿ ਪੰਥ ਦੀ, ਕੌਮ ਦੀ, ਸਿੱਖਾਂ ਦੀ ਜਿਹੜੀ ਅੱਜ ਕਨਵਰਸ਼ਨ ਹੈ ਉਹ ਦੋਹਾਂ ਪਾਸਿਆਂ ਤੋਂ ਹੀ ਹੋ ਰਹੀ ਹੈ। ਦਿਸਦੀ ਵੀ ਹੋ ਰਹੀ ਹੈ ਤੇ ਅਣਦਿਸਦੀ ਵੀ ਹੋ ਰਹੀ ਹੈ। ਜੇ ਇਹਦੀ ਉਦਾਹਰਣ ਦੇਣੀ ਹੋਵੇ ਦਰਸ਼ਕਾਂ ਨੂੰ ਸੌਖਾ ਸਮਝਣ ਵਾਸਤੇ, ਦਿਸਦੀ ਧਰਮ ਪਰਿਵਰਤਨ ਜਿਹੜਾ ਹੈਗਾ ਉਹ ਤਾਂ ਇਹ ਹੈ, ਜਦੋਂ ਮੁਗਲਾਂ ਨੇ ਜਾਂ ਮੁਸਲਮਾਨਾਂ ਨੇ ਹਿੰਦੂਆਂ ਨੂੰ ਕਨਵਰਟ ਕਰਕੇ ਮੁਸਲਮਾਨ ਬਣਾਇਆ, ਉਹ ਦਿਖਾਈ ਦਿੰਦੇ ਨੇ। ਜਿਹੜੀ ਨਾ ਦਿਖਾਈ ਦੇਣ ਵਾਲੀ ਧਰਮ ਪਰਿਵਰਤਨ ਦੀ ਲਹਿਰ ਹੈ, ਉਹ ਜੇ ਇੱਕ ਉਦਾਹਰਣ ਦੇਣੀ ਹੋਵੇ ਤੇ ਜਿਵੇਂ ਬੋਧੀਆਂ ਨੂੰ, ਬੁੱਧ ਧਰਮ ਦੇ ਮੰਨਣ ਵਾਲਿਆਂ ਨੂੰ ਹਿੰਦੁਸਤਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਹੀ ਰਲਾ ਲਿਆ ਗਿਆ ਚੁੱਪ ਚਪੀਤੇ ਹੀ, ਉਹਨੂੰ ਅਸੀਂ ਅਣਦਿਸਦੀ ਕਨਵਰਸ਼ਨ ਕਹਿੰਦੇ ਆ, ਜਿਹੜੀ ਦਿਖਾਈ ਨਹੀਂ ਦਿੰਦੀ ਪਰ ਚੁੱਪ ਚਪੀਤੇ ਹੀ ਉਹਨਾਂ ਦੇ ਧਰਮ ਨੂੰ ਆਪਣੇ ਆਪ ਦੇ ਵਿੱਚ ਜਜ਼ਬ ਕਰ ਲਿਆ ਜਾਂਦਾ ਹੈ। ਅੱਜ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਇਹ ਦੋਹਾਂ ਪੱਖਾਂ ਤੋਂ ਹੈ ਤੇ ਅਸੀਂ ਦੋਹਾਂ ਪੱਖਾਂ ਤੇ ਜਿਵੇਂ ਡਾਕਟਰ ਸਾਹਿਬ ਤੁਸੀਂ ਗੱਲ ਕਰਵਾਓਗੇ, ਸਵਾਲ ਕਰੋਗੇ, ਉਹਦੇ ਮੁਤਾਬਕ ਆਪਾਂ ਇਹਨੂੰ ਡਿਵੈਲਪ ਕਰਨ ਦਾ ਯਤਨ ਕਰਾਂਗੇ। ਹਾਂਜੀ, ਪਹਿਲਾਂ ਸਾਨੂੰ ਤੁਸੀਂ ਇਹ ਦੱਸੋ, ਤੁਸੀਂ ਦੱਸਿਆ ਦਿਸਦੀ ਜਾਂ ਅਣਦਿਸਦੀ, ਇਹਨਾਂ ਦੋਨਾਂ ਡਿਫਾਈਨ ਕਰੋ ਸਿੱਖੀਜ਼ਮ ਦੇ ਵਿੱਚ ਆਪਾਂ ਨੂੰ। ਇੱਕ ਤਾਂ ਦਿਸਦੀ ਹੈ ਜਿਹੜੀ ਕ੍ਰਿਸਚੀਅਨਿਟੀ ਵਿੱਚ ਤਬਦੀਲ ਹੋ ਰਹੇ ਨੇ, ਅਤੇ ਦੂਸਰੀ ਅਣਦਿਸਦੀ ਜਿਹੜੀ ਉਹ ਥੋੜੀ ਕਲੀਅਰ ਕਰੋ। ਅਣਦਿਸਦੀ ਉਹ ਹੁੰਦੀ ਹੈ ਕਿ ਜਦੋਂ ਅਸੀਂ ਆਪਣਾ ਗੁਰਮਤ ਮਾਰਗ ਛੱਡ ਦਿੰਦੇ ਹਾਂ। ਸਾਡਾ ਸਰੂਪ ਸਿੱਖਾਂ ਵਾਲਾ ਹੈ, ਸਾਡਾ
ਭੇਖ ਸਿੱਖਾਂ ਵਾਲਾ ਹੈ, ਸਾਰੀ ਸਾਬਤ ਸੂਰਤ ਵੀ ਹਾਂ, ਬਹੁਤੀ ਵਾਰੀ ਖੰਡੇ ਦੀ ਪੌਲ ਵੀ ਲੈ ਕੇ 5 ਕਕਾਰ ਵੀ ਧਾਰਨ ਕਰ ਲੈਂਦੇ ਹਾਂ। ਉਸ ਦੇ ਬਾਵਜੂਦ ਵੀ ਜਿਹੜਾ ਸਾਡਾ ਜੀਵਨ ਹੈ ਉਹ ਗੁਰਮਤ ਅਨੁਸਾਰੀ ਨਹੀਂ ਹੁੰਦਾ। ਉਹ ਜਿਹੜਾ ਨਿਰਾਲਾ ਤੇ ਨਿਆਰਾ ਪੰਥ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ, ਉਹਨੂੰ ਅਸੀਂ ਵਿਸਾਰ ਕੇ ਆਲੇ ਦੁਆਲੇ ਦੇ ਕਰਮ ਕਾਂਡਾਂ ਮੁਤਾਬਕ ਹੀ ਆਪਣੀ ਜ਼ਿੰਦਗੀ ਜਿਉਣ ਲੱਗ ਪੈਂਦੇ ਹਾਂ। ਉਹ ਕਰਮ ਕਾਂਡ ਬਹੁ ਗਿਣਤੀ ਦੇ ਪ੍ਰਭਾਵ ਥੱਲੇ ਅਸੀਂ ਹਰ ਰੋਜ਼ ਉਹਨਾਂ ਨੂੰ ਅਡੋਪਟ ਕਰਦੇ ਚਲੇ ਜਾਂਦੇ ਹਾਂ। ਇਹਦੇ ਪਿੱਛੇ ਬਹੁ ਗਿਣਤੀ ਦੀਆਂ ਸਰਕਾਰਾਂ ਦਾ ਵੀ ਹੱਥ ਹੁੰਦਾ ਹੈ, ਉਹਦੇ ਵਿੱਚ ਬਹੁ ਗਿਣਤੀ ਦਾ ਜਿਹੜਾ ਇਨਫਲੂਐਂਸ ਹੈ ਉਹਦਾ ਹੱਥ ਵੀ ਹੁੰਦਾ ਹੈ, ਤੇ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਇਹ ਹੁੰਦਾ ਹੈ ਕਿ ਆਪਣੇ ਆਪ ਦੇ ਵਿੱਚ ਆਪਣੇ ਸਿਧਾਂਤ ਦੀ ਪਰਪੱਕਤਾ ਨਾ ਹੋਣੀ। ਜੋ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਰੂਪ ਦੇ ਵਿੱਚ ਇੱਕ ਜੀਵਨ ਜਾਂਚ ਦਿੱਤੀ ਸੀ, ਉਹ ਤੋਂ ਟੁੱਟ ਜਾਣਾ। ਜਦੋਂ ਅਸੀਂ ਪੁਰਾਣੀ ਕਨਵਰਸ਼ਨ ਦੀ ਗੱਲ ਕਰਦੇ ਹਾਂ, ਆਪਾਂ ਅੱਜ ਤੋਂ ਬਹੁਤ ਲੰਬਾ ਸਮਾਂ ਨਾ ਜਾਣਾ ਹੋਵੇ ਤਾਂ 1000 ਕੁ ਸਾਲ ਪੁਰਾਣੀ ਕਰ ਲਈਏ, ਤਕਰੀਬਨ 1000 ਤੋਂ ਲੈ ਕੇ 1026 ਤੱਕ, 1016 ਤੱਕ ਮਹਿਮੂਦ ਗਜ਼ਨਵੀ ਨੇ ਪਹਿਲੀ ਵਾਰੀ ਭਾਰਤ ਉੱਤੇ 17 ਹਮਲੇ ਕੀਤੇ ਆ। ਤੇ ਜਦੋਂ ਭਾਰਤ ਦੇ ਵਿੱਚ ਹਿੰਦੂਆਂ ਨੂੰ ਇਸਲਾਮ ਦੇ ਵਿੱਚ ਕਨਵਰਸ਼ਨ ਹੋਣ ਲੱਗੀ ਹੈ, ਤੇ ਅਸੀਂ ਉਹ ਜਿਹੜਾ ਫੇਜ਼ ਹੈ ਥੋੜਾ ਜਿਹਾ ਮਹਿਮੂਦ ਗਜ਼ਨਵੀ ਦਾ, ਉਹਨੂੰ ਧਿਆਨ 'ਚ ਰੱਖ ਕੇ ਕਰਦੇ ਹਾਂ। ਤੇ ਉਸ ਵੇਲੇ ਹਾਲਤ ਇਹ ਸੀ ਕਿ ਜਿਹੜਾ ਬ੍ਰਾਹਮਣ ਸੀ ਜਾਂ ਪੁਜਾਰੀ ਸੀ, ਉਹਦਾ ਜ਼ੋਰ ਇਸ ਗੱਲ ਤੇ ਲੱਗਾ ਹੋਇਆ ਸੀ ਕਿ ਜਿਹੜਾ ਸਧਾਰਨ ਮਨੁੱਖ ਹੈ ਉਹ ਆਪਣੇ ਦਿਮਾਗ ਨਾਲ ਨਾ ਸੋਚੇ, ਉਹ ਸਰੀਰਕ ਤੌਰ ਤੇ ਵੀ ਸਾਡਾ ਦਾਸ ਰਵੇ, ਤੇ ਬੌਧਿਕ ਪੱਖ ਤੋਂ ਵੀ, ਬੁੱਧੀ ਪੱਖੋਂ ਵੀ, ਸਮਝ ਪੱਖੋਂ ਵੀ ਸਾਡਾ ਹੀ ਗੁਲਾਮ ਬਣ ਕੇ ਰਹੇ। ਜੇ ਅਸੀਂ 1000 ਦੇ ਆਸ-ਪਾਸ ਭਾਰਤ ਦਾ ਜਿਹੜਾ ਹਿੰਦੂ ਸ਼ਾਹੀ ਰਾਜ ਸੀ ਉਸ ਵੇਲੇ ਦਾ, ਜਿਹਨੂੰ ਚੈਲੰਜ ਕੀਤਾ ਮਹਿਮੂਦ ਗਜ਼ਨਵੀ ਨੇ, ਉਹਦਾ ਕੰਮਕਾਰ ਕਰਨ ਦਾ ਢੰਗ ਤਰੀਕਾ ਵੇਖਦੇ ਹਾਂ, ਤੇ ਉਸ ਵੇਲੇ ਦਾ ਬ੍ਰਾਹਮਣ ਤੇ ਪੁਜਾਰੀ ਰਾਜੇ ਦੇ ਨਾਲ ਰਲ ਕੇ ਆਮ ਜਨਤਾ ਨੂੰ ਦੋਹੀਂ ਹੱਥੀਂ ਲੁੱਟਦਾ ਹੈ। ਕਿਤੇ ਦਾਸ ਪ੍ਰਥਾ ਹੈ, ਕਿਤੇ ਮੰਦਰਾਂ ਦੇ ਵਿੱਚ ਦੇਵਤਿਆਂ ਦੀ ਖੁਸ਼ੀ ਵਾਸਤੇ ਦੇਵਦਾਸੀਆਂ ਜਿਹੜੀਆਂ ਨੇ ਉਹਨਾਂ ਦੀ ਪ੍ਰਥਾ ਹੈ, ਕਿਤੇ ਉਹਨਾਂ ਦੀ ਕਮਾਈ ਲੁੱਟੀ ਜਾ ਰਹੀ ਹੈ, ਕਿਤੇ ਉਹਨਾਂ ਦੀਆਂ ਲੜਕੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਮੰਦਿਰ 'ਚ ਦੇਵਤੇ ਦੇ ਨਾਂ ਦੇ ਉੱਤੇ, ਪਰ ਹੱਕ ਕੋਈ ਨਹੀਂ ਹੈ ਉਹਨਾਂ ਨੂੰ। ਤੇ ਉਹਦੇ ਨਾਲ ਪੰਡਤ ਬਾਰ-ਬਾਰ ਉਹਨਾਂ ਨੂੰ ਇਹ ਗੱਲ ਕਹਿੰਦਾ ਹੈ, ਇਹ ਤੇ ਤੁਹਾਡੇ ਭਾਗਾਂ ਵਿੱਚ ਹੀ ਹੈ, ਤੁਸੀਂ ਇਹ ਕੁਝ ਤੋਂ ਬਚ ਨਹੀਂ ਸਕਦੇ। ਤੁਹਾਡਾ ਫਰਜ਼ ਇਹ ਹੈ ਕਿ ਤੁਸੀਂ ਬ੍ਰਾਹਮਣ ਦੀ ਤੇ ਰਾਜੇ ਦੀ ਸੇਵਾ ਕਰੋ, ਉੱਚ ਜਾਤੀਆਂ ਵਾਲੇ ਦੀ ਸੇਵਾ ਕਰੋ, ਸ਼ਾਇਦ ਅਗਲੇ ਜਨਮ 'ਚ ਤੁਹਾਨੂੰ ਉੱਚ ਜਾਤੀ ਵਿੱਚ ਜਨਮ ਮਿਲ ਜਾਏ, ਐਤਕੀ ਤੁਹਾਡਾ ਕੁਝ ਨਹੀਂ ਹੋ ਸਕਦਾ। ਮਤਲਬ ਉਹਨਾਂ ਦੀ ਜਿਹੜੀ ਆਪਣੀ ਸੋਚ ਹੈ ਉਹਨੂੰ ਜ਼ੀਰੋ ਕਰ ਦਿੱਤਾ ਜਾਂਦਾ ਹੈ। ਉਹ ਜਿਹੜਾ ਪੁਜਾਰੀ ਹੈ, ਬ੍ਰਾਹਮਣ ਦੇ ਰੂਪ ਦੇ ਵਿੱਚ ਹੈ ਜਾਂ ਕਿਸੇ ਹੋਰ ਰੂਪ ਦੇ ਵਿੱਚ ਹੈ, ਉਹ ਸਧਾਰਨ ਜਨਤਾ ਦੀ ਜਿਹੜੀ ਸੋਚਣ ਸ਼ਕਤੀ ਹੈ ਉਹਨੂੰ ਖਤਮ ਕਰ ਦਿੰਦਾ ਹੈ। ਅੱਜ ਤੁਸੀਂ ਜਿਹੜਾ ਸਵਾਲ ਕੀਤਾ ਸਿੱਖ ਕਿਵੇਂ ਉਹਦੇ ਨਾਲ ਰਲਦੇ ਨੇ, ਅੱਜ ਸਾਡਾ ਜਿਹੜਾ ਸਿਸਟਮ ਬਣ ਗਿਆ ਹੈ ਉਹਦੇ ਵਿੱਚ ਸਿੱਖਾਂ ਦੀ ਜਿਹੜੀ ਸੋਚਣ ਸ਼ਕਤੀ ਹੈ ਉਹਨੂੰ ਜ਼ੀਰੋ ਕੀਤਾ ਜਾ ਰਿਹਾ ਹੈ। ਉਹਨੂੰ ਇਸ ਪਾਸੇ ਵੱਲ ਲਾਇਆ ਜਾ ਰਿਹਾ ਹੈ ਕਿ ਤੁਸੀਂ ਆਹ ਪਾਠ ਫਲਾਣੇ ਥਾਂ ਤੇ ਕਰਵਾ ਦਿਓ, ਫਲਾਣੇ ਥਾਂ ਜਾ ਕੇ ਤੁਸੀਂ ਦਰਸ਼ਨ ਕਰ ਆਓ, ਤੀਰਥ ਯਾਤਰਾ ਕਰ ਆਓ, ਫਲਾਣੇ ਥਾਂ ਇਸ਼ਨਾਨ ਕਰ ਆਓ, ਫਲਾਣੇ ਥਾਂ ਆਹ ਕਰ ਆਓ, ਫਿਰ ਇਹਦੇ ਕਰਨ ਦੇ ਨਾਲ ਤੁਹਾਨੂੰ ਆਹ ਪੁੰਨ ਮਿਲੂਗਾ, ਤੁਹਾਨੂੰ ਸਵਰਗਾਂ ਦੀ ਪ੍ਰਾਪਤੀ ਹੋਊਗੀ। ਬੇਸ਼ੱਕ ਗੁਰਮਤ ਇਹਨਾਂ ਗੱਲਾਂ ਨੂੰ ਕੁਝ ਨਹੀਂ ਮੰਨਦੀ, ਬਿਲਕੁਲ ਉਸੇ ਤਰ੍ਹਾਂ ਹੀ ਜੋ ਅੱਜ ਤੋਂ 1000 ਸਾਲ ਪਹਿਲਾਂ ਹਿੰਦੂ ਪੁਜਾਰੀ ਕਰਦਾ ਸੀ, ਉਹ ਕੁਝ ਅੱਜ ਸਾਡੇ ਪੁਜਾਰੀ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਹੜੀ ਗੱਲ ਗੁਰੂ ਸਾਹਿਬ ਨੇ ਬਿਲਕੁਲ ਖਤਮ ਕੀਤੀ ਸੀ ਸਾਡੇ ਵਿੱਚੋਂ, ਉਹ ਅੱਜ ਸਾਡੇ ਵਿੱਚ ਦੁਬਾਰਾ ਆ ਗਈ। ਤੇ ਉਹ ਆਉਣ ਦੇ ਨਾਲ ਕੀ ਹੋਇਆ ਕਿ ਅਸੀਂ ਉਹ ਨਿਆਰਾਪਣ ਜਿਹੜਾ ਗੁਰੂ ਨਾਨਕ ਦਾ ਸੀ ਉਹਨੂੰ ਛੱਡ ਕੇ ਕਰਮਕਾਂਡਾਂ ਵਾਲੇ ਰਸਤੇ ਤੁਰ ਪਏ। ਬੇਸ਼ੱਕ ਗੁਰਬਾਣੀ ਨੇ ਬਾਰ-ਬਾਰ ਕਰਮਕਾਂਡਾਂ ਤੋਂ ਸਾਨੂੰ ਰੋਕਿਆ, ਅਸੀਂ ਬਾਣੀ ਪੜ੍ਹਨੀ ਛੱਡ ਬੈਠੇ, ਨਿਤਨੇਮ ਤੋਂ ਟੁੱਟ ਗਏ, ਬਾਣੀ ਪਾਠ ਕੀਤਾ ਕਰਾਇਆ ਖਰੀਦਣ ਲੱਗ ਪਏ। ਮੈਨੂੰ ਸੱਜਣ ਕਹਿ ਰਿਹਾ ਸੀ ਕਿ ਅੱਜ ਕੱਲ੍ਹ ਲੰਗਰ ਵੀ ਠੇਕੇ ਤੇ ਮਿਲਦਾ ਹੈ। ਮੈਂ ਕਿਹਾ ਨਹੀਂ, ਅੱਜ ਕੱਲ੍ਹ ਤਾਂ ਪਾਠ ਵੀ ਠੇਕੇ ਤੇ ਹੁੰਦੇ ਨੇ। ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਜਦੋਂ ਤੁਸੀਂ ਟੁੱਟ ਜਾਂਦੇ ਹੋ, ਫਿਰ ਉਹ ਜਿਹੜੀ ਅਣਦਿਸਦੀ ਕਨਵਰਸ਼ਨ ਹੈ, ਇੱਕ ਦੱਸਦੀ ਹੈ ਨਾ ਕਿ ਸਿੱਖਾਂ ਦੇ ਪਿੰਡਾਂ ਦੇ ਪਿੰਡ ਕ੍ਰਿਸਚਨ ਬਣੀ ਜਾਂਦੇ ਆ, ਇੱਕ ਸਾਨੂੰ ਦਿਸਦਾ ਨਹੀਂ, ਅਸੀਂ ਆਪਣੇ ਆਪ ਹੀ ਸਹਿ ਸੁਹਾਈ ਆਪਣੀ ਮਰਜ਼ੀ ਨਾਲ ਹੀ ਪੈਸੇ ਦੇ ਦੇ ਕੇ ਉਹ ਬ੍ਰਾਹਮਣਵਾਦ ਨੂੰ ਅਡੋਪਟ ਕਰੀ ਜਾਂਦੇ ਆ। ਤੇ ਜਿਸ ਬ੍ਰਾਹਮਣਵਾਦ ਤੋਂ ਗੁਰੂ ਨਾਨਕ ਨੇ ਸਾਨੂੰ ਬਾਹਰ ਕੱਢ ਕੇ ਇੱਕ ਸੱਚਾ ਸੁੱਚਾ ਜੀਵਨ ਦਿੱਤਾ ਸੀ, ਉਹ ਤੋਂ ਅਸੀਂ ਦੂਰ ਹੁੰਦੇ ਜਾਂਦੇ ਆ। ਇਹ ਜਿਹੜੀ ਕਨਵਰਸ਼ਨ ਹੈ, ਇਹ ਅਣਦਿਸਦੀ ਕਨਵਰਸ਼ਨ ਹੈ। ਡਾਕਟਰ ਸਾਹਿਬ, ਜਿਹੜੀ ਇਹ ਤੁਸੀਂ ਡਿਫਾਈਨ ਕੀਤੀ ਹੈ ਅਣਦਿਸਦੀ ਕਨਵਰਸ਼ਨ, ਇਹ ਪੰਜਾਬ ਵੱਲ ਨਜ਼ਰ ਮਾਰੀਏ
ਤਾਂ ਉੱਥੇ ਤਾਂ ਇਸ ਵੇਲੇ ਪੂਰੇ ਜ਼ੋਨ ਤੇ ਹੈ। ਥਾਂ ਥਾਂ ਡੇਰੇ, ਥਾਂ ਥਾਂ ਆ ਜਿਹੜੀ ਕਬਰਾਂ ਬਣੀਆਂ ਉਹਦੇ ਉੱਤੇ ਗੁੱਗਾ ਪੂਜਦਾ, ਕੋਈ ਕੁਝ ਪੂਜਦਾ। ਇਹ ਤਾਂ ਇਸ ਵੇਲੇ ਪੂਰੇ ਜ਼ੋਰ ਦੇ ਉੱਤੇ ਹੈ। ਅਤੇ ਪੰਜਾਬ ਦੇ ਵਿੱਚ ਇਹ ਤੁਸੀਂ ਦੱਸਿਆ ਵੀ ਅਸੀਂ ਅਣਜਾਣੇ ਹੀ ਕਰ ਰਹੇ ਹਾਂ। ਅਣਜਾਣੇ ਵੀ ਕਰ ਲਓ, ਪਰ ਇਸ ਵੇਲੇ ਜਿਸ ਤਰ੍ਹਾਂ ਹੋ ਰਿਹਾ ਹੈ, ਜੋ ਕੁਝ ਹੋ ਰਿਹਾ ਹੈ, ਆਪਣਾ ਨਿਆਰਾਪੁਣਾ ਛੱਡ ਕੇ ਕਦੀ ਕਬਰਾਂ ਨੂੰ ਪੂਜਣ ਲੱਗ ਪੈਂਦੇ ਆ, ਕਦੀ ਉੱਥੇ ਮੱਥਾ ਟੇਕਿਆ, ਕਦੀ ਉਹ ਸਾਸੇ ਵਾਲਾ, ਕਦੀ ਉਹ ਆ ਗਿਆ, ਆ ਗਿਆ। ਉਹ ਦੋਨੀ ਹੱਥੀਂ ਪਬਲਿਕ ਨੂੰ ਲੁੱਟ ਰਹੇ ਆ। ਤੇ ਅਸੀਂ, ਸਾਡਾ ਭਾਵੇਂ ਸੂਪ ਇਹੀ ਹੋਵੇ, ਪਰ ਜੇ ਸਾਡਾ ਵਿਸ਼ਵਾਸ ਨਹੀਂ ਗੁਰੂ ਦੇ ਉੱਤੇ ਵੀ ਸਾਡੇ ਗੁਰੂ ਨੇ ਕੁਛ ਨਹੀਂ ਕਰਨਾ, ਆਹ ਜਿਹੜਾ ਬੈਠਾ ਗੁੱਗੇ ਵਾਲਾ ਇਹਨੇ ਕੁਛ ਕਰਨਾ, ਤਾਂ ਫਿਰ ਅਸੀਂ ਕਾਹਦੇ ਸਿੱਖ ਰਹਿ ਗਏ। ਜਦੋਂ ਪੁਰਾਤਨ ਰਹਿਤਨਾਮੇ ਦੇ ਹਵਾਲੇ ਅਸੀਂ ਬਹੁਤ ਦਿੰਦੇ ਹਾਂ, ਪੁਰਾਤਨ ਰਹਿਤਨਾਮੇ 'ਚ ਇੱਕ ਸ਼ਬਦ ਲਿਖੇ ਹੋਏ ਮਿਲਦੇ ਆ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਏ, ਰਹਿਤ ਬਿਨਾ ਨੇ ਸਿੱਖ ਖਾਏ, ਰਹਿਤ ਬਿਨਾ ਭਰਮ ਚੋਟਾਂ ਖਾਏ। ਪਰ ਉਹ ਰਹਿਤ ਰਹੀ ਨਹੀਂ ਸਾਡੇ ਕੋਲ। ਅਸੀਂ ਭੇਖ ਕਰਕੇ ਸਿੱਖ ਰਹਿ ਗਏ। 10ਵੇਂ ਪਾਤਸ਼ਾਹ ਦਾ, ਜਿਨ੍ਹਾਂ ਦੇ ਸੰਬੰਧ ਵਿੱਚ ਅਸੀਂ ਬੜੇ ਖੜੇ ਕੀਤੇ ਆ, 10ਵੇਂ ਪਾਤਸ਼ਾਹ ਦੀ ਬਾਣੀ ਹੈ ਕਿ ਨਹੀਂ ਬਾਣੀ, ਜੇ ਆ ਤੇ ਉਹ ਹੈ, ਮੈਂ ਇਸ ਪਾਸੇ ਵੱਲ ਨਹੀਂ ਜਾਣਾ। 33 ਸਵਈਏ ਨੇ ਉਹਨਾਂ ਦੇ, ਉਹਨਾਂ ਵਿੱਚੋਂ ਪਹਿਲਾ ਸਵਈਆ ਹੈ, ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਣੇ। ਹੁਣ ਹੋਰ ਸਭ ਕੁਝ ਹੀ ਛੱਡ ਦਈਏ ਡਾਕਟਰ ਸਾਹਿਬ। ਇਸ ਸਵਈਏ ਦੇ ਵਿੱਚ ਜਿਹਦੇ 'ਚ ਖਾਲਸੇ ਨੂੰ ਡਿਫਾਈਨ ਕੀਤਾ ਗੁਰੂ ਸਾਹਿਬ ਨੇ, ਉਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਵੀ ਜੇ ਇਹਨਾਂ ਗੱਲਾਂ ਤੇ ਕੋਈ ਵਿਸ਼ਵਾਸ ਰੱਖਦਾ ਹੈ ਤੇ ਉਹ ਖਾਲਸਾ ਨਹੀਂ ਹੋ ਸਕਦਾ, ਤੇ ਜਿਹੜਾ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਰੱਖਦਾ, ਇਹਨਾਂ ਤੋਂ ਬਗੈਰ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਨੂੰ ਹੀ ਮੰਨਦਾ ਹੈ, ਉਹ ਹੀ ਅਸਲੀ ਖਾਲਸਾ ਹੈ। ਅੱਜ ਸਾਡੀ ਹਾਲਤ ਇਹ ਹੈ ਕਿ ਸਾਨੂੰ ਬੜਾ ਇਤਰਾਜ਼ ਹੁੰਦਾ ਹੈ ਕਿ ਭੇਖੀਆਂ ਦੇ ਡੇਰਿਆਂ ਤੇ ਕਿਰਪਾਨਾਂ ਪਾ ਕੇ ਲੋਕੀ ਬਾਹਰ ਲਾਈਨਾਂ 'ਚ ਖੜੇ ਹੁੰਦੇ ਆ ਪੈਸੇ ਚੜਾਉਣ ਵਾਸਤੇ, ਬੜਾ ਕੁਝ ਕਰ ਰਹੇ ਹੁੰਦੇ ਆ। ਉਹ ਇਸੇ ਕਰਕੇ ਹੋਇਆ ਕਿ ਸਾਡਾ ਜਿਹੜਾ ਅੱਜ ਦਾ, ਮੈਨੂੰ ਸ਼ਬਦ ਡਾਕਟਰ ਸਾਹਿਬ ਅੱਜ ਮੈਨੂੰ ਖੁੱਲ੍ਹ ਦੇ ਦਿਓ ਤੁਸੀਂ ਵੀ ਮੈਂ ਖੁੱਲ੍ਹ ਕੇ ਗੱਲ ਕਰ ਸਕਾਂ ਅੱਜ। ਬੇਸ਼ੱਕ ਸਾਡੇ ਚੋਂ ਬਹੁਤ ਸਾਰੇ ਸੱਜਣਾਂ ਨੂੰ ਇਹ ਗੱਲ ਮੇਰੀ ਪਸੰਦ ਨਾ ਆਵੇ, ਕਿਉਂਕਿ ਕੌੜਾ ਸੱਚ ਹੈ, ਔਰ ਇਸ ਸੱਚ ਨੂੰ ਲੁਕੋਇਆ ਬਹੁਤ ਸਮਾਂ ਸੀ, ਡਰਦਿਆਂ ਇਹ ਸੱਚ ਨਹੀਂ ਬੋਲਿਆ, ਤੇ ਉਹਦਾ ਜਿਹੜਾ ਸਿੱਟਾ ਹੈ ਉਹ ਸਾਡੇ ਸਾਹਮਣੇ ਹੈ। ਸੱਚ ਇਹ ਹੈ ਕਿ ਸਾਡੇ ਜਿਹੜੇ ਧਾਰਮਿਕ ਇੰਸਟੀਚਿਊਟ ਹੈ ਉਹ ਪੰਡਤ ਦੇ ਠਾਕਰ ਦੁਆਰੇ ਤੋਂ ਵੱਧ ਕੁਝ ਨਹੀਂ ਰਹੇ। ਜਿਵੇਂ ਬ੍ਰਾਹਮਣ ਆਪਣੇ ਆਪ ਨੂੰ ਮੰਨਣ ਵਾਲੇ ਦੀ ਮੱਤ ਮਾਰਦਾ ਹੈ, ਉਹਦੀ ਸੋਚਣ ਦੀ ਸ਼ਕਤੀ ਖਤਮ ਕਰਦਾ ਹੈ, ਇਸੇ ਤਰ੍ਹਾਂ ਹੀ ਅੱਜ ਕੀਤਾ ਹੋਇਆ ਹੈ। ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਨਾਲ ਇੱਕ ਘਟਨਾ ਬੜੀ ਖੂਬਸੂਰਤ ਹੈ। ਜਦੋਂ ਉਹ ਜਗਨਨਾਥਪੁਰੀ ਜਾਂਦੇ ਨੇ ਨਾ ਜੀ, ਜਿੱਥੇ ਆਰਤੀ ਦਾ ਸ਼ਬਦ ਉਚਾਰਨ ਕੀਤਾ ਹੋਣਾ, ਤੇ ਜਗਨਨਾਥਪੁਰੀ ਦੇ ਮੰਦਿਰ ਦੇ ਵਿੱਚ ਬੜੇ ਹੀਰੇ ਜਵਾਹਰਾਤ ਲਾਏ ਹੋਏ ਆ, ਬੜਾ ਹੀ ਕੀਮਤੀ ਸਮਾਨ ਲੱਗਾ ਹੋਇਆ ਉੱਥੇ ਮੰਦਿਰ ਦੇ ਵਿੱਚ, ਤੇ ਪੁਜਾਰੀ ਇਹ ਕਹਿ ਰਿਹਾ ਇਹ ਸਵਰਗ ਹੈ, ਜੇ ਤੁਸੀਂ ਇੱਥੇ ਚੜਾਵਾ ਚੜਾਓਗੇ ਤੇ ਤੁਹਾਨੂੰ ਵੀ ਸਵਰਗ ਦੀ ਪ੍ਰਾਪਤੀ ਹੋਊਗੀ। ਪੰਜਾਬੀ ਦੇ ਇੱਕ ਗੱਲ ਮੰਨੀ ਜਾਂਦੀ ਕਹਾਵਤ ਹੈ ਇੱਕ, ਕਿ ਭਿਖਾਰੀ ਭਿੱਖਿਆ ਲੈਣ ਲਈ, ਲੋਕਾਂ ਕੋਲੋਂ ਪੈਸੇ ਇਕੱਠੇ ਕਰਨ ਲਈ ਪਹਿਲਾਂ ਥੋੜ੍ਹੇ ਜਿਹੇ ਪੈਸੇ ਆਪਣੇ ਲੋਟੇ 'ਚ ਆਪ ਹੀ ਰੱਖ ਲੈਂਦਾ ਹੈ, ਤਾਂ ਕਿ ਉਹਨਾਂ ਪੈਸਿਆਂ ਵੱਲ ਦੇਖ ਕੇ ਲੋਕੀ ਉਹਨੂੰ ਹੋਰ ਪੈਸੇ ਦੇਣ। ਇਸੇ ਤਰ੍ਹਾਂ ਉਸ ਵੇਲੇ ਪੁਜਾਰੀ ਨੇ ਸੋਨੇ ਦੀ ਮੂਰਤੀ, ਸੋਨੇ ਦਾ ਰੱਥ, ਸੋਨੇ ਦਾ ਪੰਘੂੜਾ, ਸੋਨੇ ਦੀ ਛਤਰ, ਸੋਨੇ ਦੇ ਗਹਿਣੇ, ਇਹੋ ਜਿਹਾ ਬਹੁਤ ਕੁਝ ਅਡੰਬਰ ਕੀਤਾ ਹੋਇਆ ਸੀ। ਲੋਕੀ ਭੁੱਖੇ ਮਰਦੇ ਸਨ, ਲੋਕਾਂ ਨੂੰ ਖਾਣ ਨੂੰ ਨਹੀਂ ਮਿਲਦਾ ਸੀ ਕੁਛ ਵੀ, ਪਰ ਉਹਦੇ ਬਾਵਜੂਦ ਵੀ ਮੰਦਿਰ ਦਾ ਜਿਹੜਾ ਪੰਡਤ ਹੈ, ਪ੍ਰੋਹਤ ਹੈ ਜਿਹੜਾ, ਉਹਨੂੰ ਲੋਕਾਂ ਪਾਸ ਤੋਂ ਵੱਧ ਚੜਾਵਾ ਚਾਹੀਦਾ ਹੈ। ਇੱਥੋਂ ਤੱਕ ਕਿ ਜਿੱਦਾਂ ਰਾਜੇ ਦਾ ਟੈਕਸ ਹੁੰਦਾ ਸੀ, ਉਦਾਂ ਹੀ ਮੰਦਿਰ ਦੇ ਪਾਮਣ ਦਾ ਵੀ ਟੈਕਸ ਹੁੰਦਾ ਸੀ, ਉਹਨੂੰ ਵੀ ਟੈਕਸ ਦੇਣਾ ਪੈਂਦਾ ਸੀ। ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਲਈ ਦਸਵੰਧ ਦੀ ਪ੍ਰਥਾ ਸ਼ੁਰੂ ਕੀਤੀ ਸੀ। ਉਹ ਦਸਵੰਧ ਬਿਲਡਿੰਗਾਂ ਤੇ ਸੋਨਾ ਲਾਉਣ ਵਾਸਤੇ ਨਹੀਂ ਸੀਗਾ। ਉਹ ਸੰਬੰਧ ਜਿਹੜਾ ਸੀ, ਉਹ ਜਿਹੜਾ ਦਸਵੰਧ ਦੀ ਰਕਮ ਆਉਂਦੀ ਸੀ, ਉਹ ਭੁੱਖਿਆਂ ਨੂੰ ਰਾਸ਼ਨ ਦੇਣ ਵਾਸਤੇ ਸੀ, ਪਿਆਸਿਆਂ ਨੂੰ ਜਿੱਥੇ ਪਾਣੀ ਨਹੀਂ ਮਿਲਦਾ ਸੀ ਖੂਹ ਲਗਵਾਉਣ ਵਾਸਤੇ ਸੀ, ਸਰੋਵਰ ਪਟਵਾਉਣ ਵਾਸਤੇ ਸੀ, ਬਾਕੀ ਦੇ ਸਮਾਜ ਭਲਾਈ ਦੇ ਕੰਮ ਕਰਨ ਵਾਸਤੇ ਸੀ। ਗੁਰਬਾਣੀ ਦਾ ਤੇ ਸਿਧਾਂਤ ਹੀ ਇਹ ਹੈ ਵੀ ਸਾਰਾ ਕੁਝ ਹੀ ਸਾਂਝਾ ਹੈ। ਤੇ ਅਸੀਂ ਅੱਜ
ਬੇਸ਼ੱਕ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ, ਇਸ ਜਰ ਕਾਰਨ ਘਣੀ ਬਗੁਤੀ ਇਨ ਜਰ ਘਣੀ ਖੁਆਈ, ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਹੋਇਆ ਸਾਥ ਨਾ ਜਾਈ। ਜਿਸ ਗ੍ਰਹਿ ਥੋੜੀ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ, ਦੋਹੋਂ ਵਿਵਸਥਾ ਤੇ ਜੇ ਮੁਕਤਾ, ਸੋਈ ਸੁਹੇਲਾ ਭਾਲੀਏ। ਸੋਈ ਸੁਹੇਲਾ ਅੱਜ ਜੀ। ਅੱਜ ਕਿਤੇ ਸੋਨੇ ਦੇ ਛੱਤਰ ਚਾੜੇ ਜਾ ਰਹੇ ਹੈ, ਕਿਤੇ ਸੋਨੇ ਦੇ ਕਲਸ ਚਾੜੇ ਜਾ ਰਹੇ ਹੈ, ਕਿਤੇ ਸੋਨੇ ਦੇ ਹਾਰ ਚੜਾਏ ਜਾ ਰਹੇ ਹੈ, ਕਿਤੇ ਕੁਝ ਕੀਤਾ ਜਾ ਰਿਹਾ ਹੈ, ਤੇ ਸਾਡਾ ਪੁਜਾਰੀ ਉਹਨਾਂ ਨੂੰ ਸਰੂਪੇ ਦੇਈ ਜਾਂਦਾ ਹੈ, ਉਹਨਾਂ ਦੀਆਂ ਫੋਟੋ ਅਖਬਾਰਾਂ ਵਿੱਚ ਛਪਵਾਈ ਜਾਂਦਾ ਹੈ। ਮੈਂ ਅੱਜ ਜੋ ਤੁਸੀਂ ਹੌਲੀਡੇ ਦੀ ਗੱਲ ਕੀਤੀ, 2 ਹਫ਼ਤੇ ਮੇਰੇ ਕੋਲ ਟਾਈਮ ਬੜਾ ਸੀ ਪੜ੍ਹਨ ਵਾਸਤੇ, ਤੇ ਮੈਂ ਅੱਜ ਤੋਂ 1000 ਸਾਲ ਪਹਿਲਾਂ ਇਤਿਹਾਸ ਪੜ੍ਹਿਆ। 920 ਤੋਂ ਲੈ ਕੇ 1200 ਕੁਝ ਤੱਕ ਦਾ ਇਤਿਹਾਸ ਮੈਂ ਮਤਲਬ ਇਹ ਛੁੱਟੀਆਂ 'ਚ ਪੜ੍ਹ ਕੇ ਆਇਆ। ਮੈਨੂੰ ਏਦਾਂ ਲੱਗਾ ਸਾਰਾ ਕੁਛ ਕਰਕੇ ਵੀ 1000 ਸਾਲ ਪਹਿਲਾਂ ਜੋ ਬ੍ਰਾਹਮਣ ਕਰਦਾ ਸੀ, ਅੱਜ 1000 ਸਾਲ ਬਾਅਦ ਅਸੀਂ ਉਹਦੇ ਨਾਲ ਰਲਦਾ ਮਿਲਦਾ ਹੀ ਕਰਨਾ ਸ਼ੁਰੂ ਕੀਤਾ ਹੋਇਆ ਹੈ। ਉਹਨਾਂ ਕੋਈ ਬੜਾ ਫਰਕ ਨਹੀਂ ਗਾ। ਗੁਰੂ ਸਾਹਿਬ ਤੇ ਇਹ ਕਹਿੰਦੇ ਨੇ ਵੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਹੈ, ਤੇ ਅੱਜ ਗਰੀਬ ਭੁੱਖਾ ਮਰਦਾ ਹੈ। ਤੁਸੀਂ ਹੈਰਾਨ ਹੋਣਾ ਡਾਕਟਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਬਾਰੇ ਬੜੀ ਵਾਰੀ ਗੱਲਾਂ ਅਸੀਂ ਕੀਤੀਆਂ, ਬੜੇ ਸਕੂਲ ਕਾਲਜਸ ਚੱਲਦੇ ਨੇ, ਉਹਨਾਂ ਦਾ ਇੱਕ ਮੈਡੀਕਲ ਕਾਲਜ ਹੈ, ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਗੁਰੂ ਰਾਮਦਾਸ ਡੈਂਟਲ ਕਾਲਜ। ਉਸ ਕਾਲਜਾਂ ਦੇ ਵਿੱਚ ਦਾਖਲਾ ਲੈਣ ਵਾਸਤੇ, ਜਿਵੇਂ ਬਾਕੀ ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਵਿੱਚ ਦਾਖਲਾ ਲੈਣ ਲਈ ਲੱਖਾਂ ਰੁਪਏ ਡੋਨੇਸ਼ਨ ਦੇ ਨਾਂ ਤੇ ਦਿੱਤੇ ਜਾਂਦੇ ਹੈ, ਇੱਥੇ ਵੀ ਉਦਾਂ ਹੀ ਦਿੱਤੇ ਜਾਂਦੇ ਹੈ, ਇੱਥੇ ਵੀ ਉਦਾਂ ਹੀ ਮੰਗੇ ਜਾਂਦੇ ਹੈ। ਕੋਈ ਕੰਡੀਸ਼ਨ ਨਹੀਂ ਕਿ ਕਿਸੇ ਗਰੀਬ ਸਿੱਖ ਨੂੰ ਉੱਥੇ ਦਾਖਲਾ ਮਿਲ ਸਕੇ, ਜਦ ਤੱਕ ਉਹ ਪੈਸੇ ਨਹੀਂ ਦਿੰਦਾ ਉਹਨੂੰ ਦਾਖਲਾ ਨਹੀਂ ਮਿਲਦਾ। ਫਿਰ ਇਹਨਾਂ ਹਾਲਤਾਂ ਦੇ ਵਿੱਚ ਮੈਂ ਜਦੋਂ ਇਹ ਗੱਲ ਸੋਚਦਾ, ਮੈਨੂੰ ਤੇ ਕੋਈ ਫਰਕ ਨਹੀਂ ਲੱਗਦਾ ਜੋ 1000 ਸਾਲ ਪਹਿਲਾਂ ਹਿੰਦੂ ਸ਼ਾਹੀ ਦਾ ਹਾਲ ਸੀ, ਉਹੋ ਜਿਹਾ ਹਾਲ ਅਸੀਂ ਬੜੀ ਤੇਜ਼ੀ ਦੇ ਨਾਲ ਬਣਾ ਲਿਆ। ਉਹਦਾ ਸਿੱਟਾ ਹੀ ਹੈ ਇਹ, ਉਹਦੇ ਵਿੱਚੋਂ ਹੀ, ਜਿਹਦੇ ਕਰਕੇ ਇਹ ਕਨਵਰਸ਼ਨ ਹੋ ਰਹੀ ਹੈ। ਅੱਜ ਜਿਹੜੀ ਕਨਵਰਸ਼ਨ ਸਾਨੂੰ ਦਿੰਦੀ ਨਾ ਡਾਕਟਰ ਸਾਹਿਬ, ਇਹ ਸਾਡੇ ਅਵੇਸਲੇਪਣ ਦਾ ਪ੍ਰਤੱਖ ਸਬੂਤ ਹੈ, ਸਾਡੇ ਸਾਹਮਣੇ ਦਿਖਾਈ ਦਿੰਦਾ ਹੈ। ਤੇ ਹਰ ਜਿਹੜਾ ਸਿਆਣਾ ਸਿੱਖ ਹੈ, ਹਰ ਚਿੰਤਕ ਹੈ ਜਿਹੜਾ, ਉਹ ਇਸ ਗੱਲ ਤੋਂ ਚਿੰਤਾਜਨਕ ਹੈ, ਉਹਨੂੰ ਚਿੰਤਾ ਇਸ ਗੱਲ ਦੀ ਵੀ ਇਹ ਹੋ ਕੀ ਰਿਹਾ ਹੈ। ਇਹ ਗੁਰੂਆਂ ਦੀ ਧਰਤੀ ਹੈ, ਇਹ ਸ਼ਹੀਦਾਂ ਭਗਤਾਂ ਦੀ ਧਰਤੀ ਹੈ, ਇੱਥੇ ਇਹ ਗੁੱਗੇ ਦੀਆਂ ਮੜੀਆਂ ਪੂਜੀਆਂ ਜਾਂਦੀਆਂ, ਹਰ ਖੂਹ ਦੇ ਉੱਤੇ ਸ਼ਹੀਦਾਂ ਦੇ ਨਾਂ ਦੇ ਉੱਤੇ ਮਟੀਆਂ ਬਣ ਕੇ ਚਾਦਰਾਂ ਚਾੜੀਆਂ ਜਾਂਦੀਆਂ, ਰੋਟ ਸੁੱਕੇ ਜਾਂਦੇ ਹੈ। ਕਿੱਥੇ ਗਈ ਗੁਰੂ ਨਾਨਕ ਦੀ ਉਹ ਸਿੱਖੀ? ਇਹ ਜਿਹੜਾ ਅਣਦਿਸਦਾ ਕਨਵਰਸ਼ਨ ਸੀ, ਉਹਦੇ ਵਿੱਚੋਂ ਹੀ ਇਹ ਜਿਹੜੀ ਦਿਸਦੀ ਕਨਵਰਸ਼ਨ ਹੈ ਉਹ ਪੈਦਾ ਹੋਈ ਹੈ। ਔਰ ਉਹ ਜਦੋਂ ਤੱਕ ਬੜੀ ਕੋਸ਼ਿਸ਼ਾਂ ਕੀਤੀਆਂ ਇਹਨੂੰ ਰੋਕਣ ਲਈ, ਆਹ ਕਰ ਲਓ ਜੀ, ਆਹ ਕਰ ਲਓ ਜੀ, ਆਹ ਕਰ ਲਓ ਜੀ, ਮੇਰਾ ਇਹ ਮੰਨਣਾ ਹੈ ਜਦੋਂ ਤੱਕ ਉਹਦੇ ਅਣਦਿਸਦੇ ਕਾਰਨ ਜਿਹੜੇ ਹੈ ਉਹਨਾਂ ਨੂੰ ਨਹੀਂ ਪਕੜਾਂਗੇ, ਉਹਦੀ ਰੂਟ ਕਾਜ਼ ਨਹੀਂ ਫੜਾਂਗੇ, ਉਹਦੀ ਜੜ ਨਹੀਂ ਪਕੜਾਂਗੇ, ਅਸੀਂ ਇਹ ਕਨਵਰਸ਼ਨ ਨਹੀਂ ਰੋਕ ਸਕਦੇ। ਹਾਂਜੀ, ਇਹ ਜਿਹੜੀ ਤੁਸੀਂ ਅਣਦਿਸਦੀ ਕਨਵਰਸ਼ਨ ਡਿਫਾਈਨ ਕੀਤੀ ਹੈ, ਜੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਪੂਰੇ ਜੋਬਨ ਦੇ ਉੱਤੇ ਹੈ, ਇਹਦਾ ਕਸੂਰਵਾਰ ਕੌਣ ਹੈ? ਕੀ ਸਾਡੀਆਂ ਸੰਸਥਾਵਾਂ ਜਿਨ੍ਹਾਂ ਪ੍ਰਚਾਰ ਕਰਨਾ ਹੈ ਉਹ ਕਸੂਰਵਾਰ ਨੇ, ਜਾਂ ਅਸੀਂ ਆਪ ਕਸੂਰਵਾਰ ਹਾਂ? ਕੌਣ ਇਹਦੇ ਵਾਸਤੇ? ਦੋਵੇਂ ਪੱਖ ਨੇ ਡਾਕਟਰ ਸਾਹਿਬ। ਗੁਰੂ ਨਾਨਕ ਸਾਹਿਬ ਨੇ ਜਿੱਥੇ ਜਿੱਥੇ ਉਹ ਪ੍ਰਚਾਰ ਦੌਰੇ ਲਈ ਜਾਂਦੇ ਸਨ, ਉੱਥੇ ਧਰਮਸ਼ਾਲਾ ਕਾਇਮ ਕਰਦੇ ਸਨ। ਧਰਮਸ਼ਾਲਾ ਦਾ ਮਤਲਬ ਇਹ ਹੁੰਦਾ ਸੀ ਭਈ ਜਿੱਥੇ ਹਰ ਲੋੜਵੰਦ ਇਕੱਠਾ ਹੋ ਕੇ ਬੈਠਦਾ ਸੀ। ਜੇ ਅਸੀਂ ਗੁਰਦੁਆਰੇ ਦੀ ਪਰਿਭਾਸ਼ਾ ਪੜ੍ਹੀਏ ਨਾ ਭਾਈ ਕਾਹਨ ਸਿੰਘ ਨਾਭਾ ਦੀ, ਤੇ ਉਹਦੇ ਵਿੱਚ ਸਪਸ਼ਟ ਹੈ ਕਿ ਗੁਰਦੁਆਰਾ ਸਿਰਫ ਅਖੰਡ ਪਾਠ ਕਰਨ ਵਾਸਤੇ ਨਹੀਂ ਹੈ, ਤੇ ਨਾ ਹੀ ਲੰਗਰ ਛਕਣ ਤੱਕ ਸੀਮਤ ਹੈ। ਹਾਂ, ਲੰਗਰ ਇੱਕ ਅਹਿਮ ਅੰਗ ਹੈ ਗੁਰਦੁਆਰੇ ਦਾ, ਪਰ ਸਿਰਫ ਲੰਗਰ ਹੀ ਵੰਡ ਕੇ ਛਕਣ ਦੀ ਗੱਲ ਨਹੀਂ ਹੈ, ਉੱਥੇ ਸਭ ਕੁਝ ਹੀ ਵੰਡ ਕੇ ਛਕਣ ਦੀ ਗੱਲ ਹੈ। ਅੱਜ ਆਪਾਂ ਇੰਗਲੈਂਡ 'ਚ ਨਿਗਾਹ ਮਾਰ ਲਈਏ, ਇੱਥੇ ਤੇ ਕੋਈ ਕਨਵਰਸ਼ਨ ਦਾ ਰੌਲਾ ਨਹੀਂ ਗਾ, ਪੂਰੀ ਆਜ਼ਾਦੀ ਹੈ ਹਰ ਕਿਸੇ ਨੂੰ। ਨਾ ਕਿ ਉਹ RSS ਸਾਡੇ ਗੁਰਦੁਆਰਿਆਂ 'ਚ ਆ ਕੇ ਕੁਛ ਕਰਦੀ ਹੈ, ਤੇ ਨਾ ਕੋਈ ਕਿਸੇ ਹੋਰ ਪਾਸਿਓਂ ਕਿਸੇ ਹਮਲੇ ਦੀ ਆਸ ਹੈ। ਫਿਰ ਵੀ ਕਿੰਨੇ ਗੁਰਦੁਆਰੇ ਨੇ ਸਾਡੇ ਜਾਤਾਂ ਪਾਤਾਂ ਦੇ ਨਾਂ ਦੇ ਉੱਤੇ ਬਣੇ ਹੋਏ, ਔਰ ਉੱਥੋਂ ਉਦੋਂ ਵੀ ਵੱਧ ਉਹ ਦੂਜੀ ਜਾਤ ਜਿਹੜੀ ਉਹਨਾਂ ਦੀ ਜਾਤ ਦਾ ਬੰਦਾ ਨਹੀਂ ਗਾ, ਉਹਨੂੰ ਗੁਰਦੁਆਰੇ ਦਾ ਮੈਂਬਰ ਨਹੀਂ ਬਣਾਉਂਦੇ। ਤੁਸੀਂ ਮੱਥਾ ਟੇਕ ਸਕਦੇ ਹੋ, ਗੋਲਕ 'ਚ ਪੈਸੇ ਪਾ ਸਕਦੇ ਹੋ, ਪਰ ਉਸ ਗੁਰਦੁਆਰੇ ਦਾ ਮੈਂਬਰ ਨਹੀਂ ਬਣ ਸਕਦੇ। ਇਹ ਕਿਹੜੀ ਸਿੱਖੀ ਹੈ? ਇਹਦੇ ਵਿੱਚ ਸੰਸਥਾਵਾਂ ਦੇ ਤੌਰ ਦੇ ਉੱਤੇ ਅਸੀਂ ਬਹੁਤ ਛੇਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਂਗਲ ਚੱਕ ਦਿੰਦੇ ਹਾਂ। ਚੱਕਣੀ ਚਾਹੀਦੀ ਵੀ ਹੈ, ਕਿਉਂਕਿ ਉਹ ਆਪਣੇ ਆਪ ਨੂੰ ਪੂਰੇ ਸੰਸਾਰ ਦੇ ਵਿੱਚ ਇੱਕੋ ਇੱਕ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੋਣ ਦਾ ਕਲੇਮ ਕਰਦੇ ਆ। ਉਹਨਾਂ ਤੇ ਉਂਗਲ ਚੱਕਣੀ ਲਾਜ਼ਮੀ ਹੈ, ਪਰ ਉਹਦੇ ਨਾਲ ਜਿਹੜੀਆਂ ਸਾਡੀਆਂ ਛੋਟੀਆਂ ਸੰਸਥਾਵਾਂ
ਕਿ ਉਹਨਾਂ ਨੂੰ ਠੀਕ ਢੰਗ ਨਾਲ ਚਲਾਉਣਾ ਸਾਡੀ ਜ਼ਿੰਮੇਵਾਰੀ ਨਹੀਂ ਹੈ? ਸੰਸਥਾਵਾਂ ਦੇ ਰੂਪ ਦੇ ਵਿੱਚ ਜਿਹੜੀ ਗਿਰਾਵਟ ਆਈ ਹੈ ਤੇ ਉਹਦੇ ਵਿੱਚੋਂ ਹੀ ਆਮ ਜਿਹੜੀ ਸੰਗਤ ਦੇ ਵਿੱਚ ਦੀ ਸੋਚ ਵਿੱਚ ਗਿਰਾਵਟ ਆਈ ਹੈ, ਇਹ ਸਾਰਾ ਕੁਝ ਜੁੜਿਆ ਹੋਇਆ ਹੈ। ਅਸੀਂ ਜਦੋਂ ਮਿਸ਼ਨਰੀ ਕਾਲਜ ਪੜ੍ਹਦੇ ਹੁੰਦੇ ਸਾਂ ਤੇ ਮੇਰਾ ਸਬਜੈਕਟ ਹੁੰਦਾ ਸੀ ਪ੍ਰਚਾਰ ਸਮੱਸਿਆ, ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਢੰਗ ਤੇ ਅੱਜ ਦੀ ਪ੍ਰਚਾਰ ਸਮੱਸਿਆ। ਉਹਦੇ ਵਿੱਚ ਇਹ ਸੀ ਹੁੰਦਾ ਸੀਗਾ ਵੀ ਪ੍ਰਬੰਧਕ, ਪ੍ਰਚਾਰਕ ਤੇ ਸੰਗਤਾਂ ਇਹ ਇੱਕ ਚੱਕਰ ਦੇ ਸਰਕਲ ਦੇ ਵਿੱਚ ਹੈ। ਜਿਹੋ ਜੀ ਸੰਗਤ ਹੋਏਗੀ ਉਹੋ ਜਿਹਾ ਪ੍ਰਬੰਧਕ ਚੁਣੇਗੀ, ਜਿਹੋ ਜਿਹਾ ਪ੍ਰਬੰਧਕ ਚੁਣੇਗੀ ਉਹੋ ਜਿਹਾ ਪ੍ਰਚਾਰਕ ਆਏਗਾ, ਜਿਹੋ ਜਿਹਾ ਪ੍ਰਚਾਰਕ ਆਏਗਾ ਉਹੋ ਜੀ ਸੰਗਤ ਦੀ ਬਿਰਤੀ ਬਣੇਗੀ। ਇਹਨੂੰ ਵੱਖਰੇ ਤੌਰ ਤੇ ਕਰਕੇ ਵੇਖਿਆ ਨਹੀਂ ਜਾ ਸਕਦਾ, ਬਹੁਤ ਹੀ ਗੁੰਝਲਦਾਰ ਸਮੱਸਿਆ ਹੈ। ਪਰ ਇਹਦਾ ਜਿਹੜਾ ਵਿਗਾੜ ਦੀ ਜ਼ਿੰਮੇਵਾਰੀ ਹੈ, ਇਹ ਸਾਡੀਆਂ ਜਿਹੜੀਆਂ ਮੁੱਖ ਸੰਸਥਾਵਾਂ ਹੈ ਉਹਨਾਂ ਦੇ ਉੱਤੇ ਪੈਂਦੀ ਹੈ। ਅੱਜ ਇਹ ਗਿਰਾਵਟ ਆਈ ਹੈ ਤੇ ਉਹਦੇ ਲਈ ਸ਼੍ਰੋਮਣੀ ਕਮੇਟੀ ਵੀ ਜ਼ਿੰਮੇਵਾਰ ਹੈ ਤੇ ਤਖਤਾਂ ਦੇ ਉੱਤੇ ਜਿਹੜੇ ਕਾਬਜ਼ ਲੋਕ ਬੈਠੇ ਨੇ ਉਹ ਵੀ ਜ਼ਿੰਮੇਵਾਰ ਹੈ। ਤੇ ਇੱਥੇ ਜਦੋਂ ਅਸੀਂ ਆਪਣੀਆਂ ਸੰਸਥਾਵਾਂ ਚਲਾਉਂਦੇ ਆ ਉਹਦੇ ਵਿੱਚ ਅਸੀਂ ਵੀ ਥੋੜਾ ਥੋੜਾ ਜ਼ਿੰਮੇਵਾਰ ਹੈ। ਹਾਂਜੀ, ਇਹ ਸਮੱਸਿਆ ਤੇ ਬਹੁਤ ਡੂੰਘੀ ਹੈ ਤੇ ਇਹਨੂੰ ਟੈਕਲ ਕਰਨ ਵਾਸਤੇ ਕਈ ਵਾਰੀ ਉਪਰਾਲੇ ਵੀ ਕੀਤੇ ਗਏ ਨੇ, ਪਰ ਜਿਸ ਦਾ ਰੂਟ ਕੋਜ਼ ਜਿਹੜਾ ਹੈ ਉਹ ਅਸੀਂ ਨਹੀਂ ਫੜਦੇ। ਆਪਾਂ ਪੰਜਾਬ ਦੀ ਗੱਲ ਕਰੀਏ, ਇੱਥੇ ਛੱਡੋ, ਹਾਂਜੀ, ਪੰਜਾਬ ਦੇ ਵਿੱਚ ਜੋ ਕੁਝ ਅੱਜ ਕੱਲ੍ਹ ਹੋ ਰਿਹਾ ਹੈ ਤੇ ਜਿਹੜੀਆਂ ਜਥੇਬੰਦੀਆਂ ਨੂੰ ਆਪਾਂ ਸਮਝਦੇ ਹਾਂ ਕਿ ਉਹਨਾਂ ਦਾ ਇਹ ਕੰਮ ਹੈ, ਉਹ ਤਾਂ ਅਵੇਸਲੇ ਸੁੱਤੇ ਪਈਆਂ ਨੇ, ਕੋਈ ਕੂਕ ਸੋ ਨੀਂਦ ਮੇ ਸੁੱਤੀਆਂ ਨਹੀਂ। ਤੇ ਪਿੰਡਾਂ ਦੇ ਵਿੱਚ ਜੋ ਕੁਝ ਹੋ ਰਿਹਾ, ਜਿਸ ਤਰ੍ਹਾਂ ਤੁਸੀਂ ਡਿਫਾਈਨ ਕੀਤਾ ਹੈ ਕਿ ਜੋ ਪੰਡਤ ਕਰ ਰਿਹਾ ਸੀ ਉਹੀ ਇਸ ਵੇਲੇ ਸਾਡੇ ਪੁਜਾਰੀ ਕਰ ਰਹੇ ਨੇ, ਕਿਉਂਕਿ ਉਹਨਾਂ ਨੇ ਆਪਣੀ ਗੁਲਕ ਪਾਣੀ ਹੈ ਤੇ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਵੀ ਉਹ ਗੁਰਦੁਆਰੇ ਵਿੱਚ ਕੀ ਕਰ ਰਹੇ ਨੇ। ਹਾਂ, ਗੁਰਦੁਆਰੇ ਵਿੱਚ ਵੀ ਮੜੀਆਂ ਮਸਾਣੀਆਂ ਬੜੀਆਂ ਹੋਈਆਂ, ਗੁਰਦੁਆਰਿਆਂ ਦੇ ਵਿੱਚ ਬਣ ਗਈਆਂ, ਬਿਲਕੁਲ। ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ, ਕੋਈ ਇਸ ਵੇਲੇ ਅਥਾਰਟੀ ਨਹੀਂ, ਜੋ ਕੁਝ ਹੁੰਦਾ ਜਿੱਦਾਂ ਕਿਸੇ ਦਾ ਜੀਅ ਕਰਦਾ ਕਰੀ ਜਾਂਦਾ। ਤੇ ਉਹਦੇ ਵਿੱਚ ਜਿਹੜੇ ਆਮ ਜਨਤਾ ਭੋਲੇ ਭਾਲੇ ਉਹ ਆਮ ਫਸ ਜਾਂਦੇ ਨੇ ਕਿ ਜੋ ਕੋਈ ਕਹਿੰਦਾ ਇਹ ਠੀਕ ਹੈ ਕਹਿੰਦਾ ਤੇ ਆਪਾਂ ਵੀ ਇੱਥੇ ਪਾਠ ਕਰਾ ਦਿਓ, ਆਪਾਂ ਵੀ ਆਹ ਚੜਾਵਾ ਚੜਾ ਦਿਓ, ਇਹ ਗੁੱਗੇ ਨੂੰ ਲੱਗ ਜਾਣਾ, ਇਹਨੂੰ ਲੱਗ ਜਾਣਾ, ਫਲਾਣੇ ਨੂੰ ਲੱਗ ਜਾਣਾ। ਪਰ ਅਖੀਰ ਦੇ ਉੱਤੇ ਭਾਈ ਸਾਹਿਬ ਜੀ ਗੱਲ ਮੁੱਕਣੀ ਕਿੱਥੇ ਹੈ? ਕਿੰਨਾ ਚਿਰ ਇਹ ਚੱਲੀ ਜਾਊਗੀ? ਜਦੋਂ ਮੈਂ ਕੰਪੇਅਰ ਕਰਦਾ 1000 ਸਾਲ ਪਹਿਲਾਂ ਵਾਲੀ ਸਿਚੁਏਸ਼ਨ ਨੂੰ, ਉਸ ਵੇਲੇ ਮੈਂ ਇਹਦੇ ਵਿੱਚ ਜਿਹੜੀ ਤੁਹਾਡੀ ਪਹਿਲਾਂ ਸੀ ਨਾ ਸਵਾਲ ਵੀ ਜ਼ਿੰਮੇਵਾਰੀ ਕਿੱਥੇ ਹੈ, ਉਹ 'ਚ ਮੈਂ ਐਡ ਕਰਨ ਲੱਗਾ, ਇਹ ਗੱਲ ਜ਼ਰੂਰੀ ਹੈ। ਉਸ ਵੇਲੇ ਪੰਡਤ ਤੇ ਰਾਜਾ ਉਹ ਆਪਸ ਵਿੱਚ ਰਲ ਕੇ ਚੱਲਦੇ ਆ। ਰਾਜਾ ਪੰਡਤ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਟੈਕਸ ਅਗਰਾਉਂਦਾ ਹੈ ਤੇ ਆਪਣੇ ਰਾਜ ਦੇ ਫੈਲਾਓ ਵਾਸਤੇ ਉਹਨਾਂ ਲੋਕਾਂ ਨੂੰ ਉਤੇਜਿਤ ਕਰਕੇ ਭਰਤੀ ਕਰਦਾ ਤੇ ਮਰਵਾਉਂਦਾ ਹੈ, ਉਹਨਾਂ ਨੂੰ ਦਾਸ ਬਣਾਉਂਦਾ ਹੈ ਤੇ ਧਰਮ ਦੇ ਨਾਂ ਦੇ ਉੱਤੇ ਬਣਾਉਂਦਾ। ਜੇ ਰਾਜਾ ਸਿੱਧੇ ਤੌਰ ਤੇ ਬਣਾਉਣ ਦਾ ਯਤਨ ਕਰੇ ਤੇ ਰਾਜੇ ਦੀ ਗੱਲ ਸ਼ਾਇਦ ਲੋਕੀ ਨਾ ਸੁਣਨ, ਪਰ ਧਰਮ ਤੇ ਅਗਲੇ ਜਹਾਨ 'ਚ ਸਵਰਗ ਦੀ ਪ੍ਰਾਪਤੀ ਉਹਦਾ ਲਾਲਚ ਪੰਡਤ ਦਿੰਦਾ ਹੈ ਤੇ ਉਸ ਲਾਲਚ ਦੇ ਕਰਕੇ ਸਧਾਰਨ ਜਿਹੜੀ ਜਨਤਾ ਹੈ ਉਹ ਉਹਨਾਂ ਦੋਹਾਂ ਦੇ ਜ਼ੁਲਮਾਂ ਦੇ ਵਿੱਚ ਪਿਸ ਰਹੀ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਨਾ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਗੱਲ ਹੀ ਸਮਾਜਿਕ ਕੀਤੀ, ਸਮਾਜ ਦੀ ਗੱਲ ਕੀਤੀ, ਧਰਮ ਦੀ ਗੱਲ ਹੀ ਬਾਅਦ 'ਚ ਕੀਤੀ, ਸੁਸਾਇਟੀ ਦੀ ਗੱਲ ਕੀਤੀ ਵੀ ਇੱਥੇ ਸਾਰੀ ਸ੍ਰਿਸ਼ਟੀ ਜਿਹੜੀ ਹੈ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦ੍ਰਿਸ਼ ਆਈ, ਬਾਜੋਂ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਹੈ ਕਰਦੀ ਸੁਣੀ ਲੁਕਾਈ। ਧਾਰਮਿਕ ਆਗੂ ਨਹੀਂ ਹੈ ਕਰ ਰਿਹਾ, ਰਾਜਾ ਵੀ ਨਹੀਂ ਹੈ ਕਰ ਰਿਹਾ, ਹਾਹਾਕਾਰ ਆਮ ਜਨਤਾ ਵਿੱਚ ਜਿਹੜੀ ਪਸਰੀ ਹੋਈ ਹੈ ਤੇ ਉਸ ਹਾਹਾਕਾਰ ਨੂੰ ਕਾਬੂ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਚੜਿਆ ਸੋਧਨ ਧਰਤ ਲੁਕਾਈ, ਉਦਾਸੀ ਕੀ ਰੀਤ ਚਲਾਈ। ਉਦਾਸੀ ਬਾਣਾ ਧਾਰਨ ਕਰਕੇ ਲੋਕਾਂ 'ਚ ਗਿਆਨ ਪੈਦਾ ਕਰਨ ਵਾਸਤੇ ਜਾਂਦੇ ਆ। ਜਹਾਂ ਗਿਆਨ ਤਹ ਧਰਮ ਹੈ। ਗੁਰੂ ਨਾਨਕ ਦਾ ਧਰਮ ਗਿਆਨ ਤੇ ਹੈ ਤੇ ਪੰਡਤ ਤੇ ਪੁਜਾਰੀ ਦਾ ਜਿਹੜਾ ਤਰੀਕਾ ਹੈ ਉਹ ਗਿਆਨ ਨੂੰ ਖਤਮ ਕਰਨ ਤੇ ਹੈ। ਜਦੋਂ ਤੱਕ ਗਿਆਨ ਰਹੂਗਾ, ਜਦੋਂ ਤੱਕ ਲੋਕ ਆਪਣਾ ਚੰਗਾ ਬੁਰਾ ਸੋਚ ਸਕਣਗੇ, ਉਦੋਂ ਤੱਕ ਉਹਨਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕੂਗਾ। ਜਦੋਂ ਉਹਨਾਂ ਦੀ ਸੋਚ ਖਤਮ ਕਰ ਦਿੱਤੀ ਜਾਊਗੀ, ਪੁਜਾਰੀ ਦੇ ਅਧੀਨ ਉਹ ਹੋ ਜਾਣਗੇ, ਉਸ ਵੇਲੇ ਜਦੋਂ ਧਾਰਮਿਕ ਆਗੂ ਤੇ ਰਾਜਨੀਤਿਕ ਆਗੂ ਆਪਸ ਦੇ ਵਿੱਚ ਇਕੱਠੇ ਹੋ ਜਾਣਗੇ
ਉਦੋਂ ਹਮੇਸ਼ਾ ਹੀ ਸਧਾਰਨ ਜਿਹੜੀ ਜਨਤਾ ਹੈ ਉਹਦਾ ਸ਼ੋਸ਼ਣ ਹੋਏਗਾ। ਆਪਾਂ ਸਿੱਖਾਂ ਦੀ ਗੱਲ ਕਰ ਲਈਏ, ਪਿਛਲੇ ਸਾਲਾਂ ਤੋਂ, ਪਿਛਲੇ 20 ਸਾਲ ਤੋਂ ਲੈ ਲਈਏ ਅਸੀਂ, ਜਾਂ 15 ਸਾਲ ਤੋਂ ਲਾ ਲਈਏ, ਜੇ ਕਿਵੇਂ ਇੱਕ ਪਰਿਵਾਰ ਨੇ ਰਾਜਨੀਤਿਕ ਤਾਕਤ ਹਾਸਲ ਕਰਨ ਲਈ ਅਕਾਲ ਤਖਤ ਨੂੰ ਵਰਤਿਆ ਹੈ। ਅਕਾਲ ਜੀ ਤਖਤ ਬਹੁਤ ਉੱਚਾ ਸਥਾਨ ਹੈ। ਹੂੰ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਡੇ ਵਾਸਤੇ ਸਥਾਪਿਤ ਕਰਕੇ ਦਿੱਤੇ ਨੇ। ਉਹਦੇ ਜਿਹੜੇ ਪ੍ਰਬੰਧਕ ਨੇ, ਉਹਦੇ ਤੇ ਜਿਹੜੇ ਬੈਠੇ ਨੇ ਜਥੇਦਾਰਾਂ ਦੇ ਰੂਪ ਦੇ ਵਿੱਚ, ਉਹਨਾਂ ਦੀ ਕਿਵੇਂ ਦੁਰਵਰਤੋਂ ਕੀਤੀ ਹੈ ਹੂੰ ਆਪਣੀਆਂ ਵੋਟਾਂ ਦੇ ਲਈ। ਕਿਵੇਂ ਜੀ ਆਪਣੇ ਵਿਰੋਧੀ ਨੂੰ, ਜਿਹੜਾ ਵੀ ਉਹਨਾਂ ਦੀ ਪਾਰਟੀ ਦਾ ਮੈਂਬਰ ਨਹੀਂਗਾ, ਉਹਨੂੰ ਕਾਂਗਰਸੀ ਕਹਿ ਕੇ ਭੰਡ ਦਿੱਤਾ ਜਾਂਦਾ ਰਿਹਾ, ਇਹ ਸਿੱਖ ਨਹੀਂਗਾ। ਆ ਜਿਹੜਾ ਹੁਣ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਮੈਨੂੰ ਖਿਮਾ ਕਰੋ ਗੱਲ ਹੋਰ ਪਾਸੇ ਆ ਗਈ, ਉਹ ਇਹ ਕਹਿੰਦਾ ਹੈ ਕਿ ਜਿਹੜੇ ਸਿੱਖ ਅਕਾਲੀ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਗਏ ਆ, ਉਹ ਭਾਈ ਮਹਾਸੋਹ ਵਾਂਗੂ ਬਦਾਵਾ ਲਿਖ ਕੇ ਚਲੇ ਗਏ ਆ, ਇਹ ਹੁਣ ਸਿੱਖ ਨਹੀਂ ਰਹੇ। ਇਹਦਾ ਮਤਲਬ ਇਹ ਸਿੱਧੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਕਾਰਜਕਾਰੀ ਜਥੇਦਾਰ ਹੈ, ਉਹ ਦੋਨੋਂ ਹੀ ਇੱਕ ਬੋਲੀ ਬੋਲਦੇ ਆ ਕਿ ਸੁਖਬੀਰ ਸਿੰਘ ਬਾਦਲ ਦੇ ਹੱਥ ਤਕੜੇ ਕਰੋ। ਜਿਹੜਾ ਬੰਦਾ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਮੰਨਦਾ, ਉਹ ਪੰਥਕ ਨਹੀਂ ਹੈ। ਪਹਿਲਾਂ ਹੁੰਦਾ ਸੀ ਉਹ ਕਾਂਗਰਸੀ ਹੈ, ਹੁਣ ਕਹਿੰਦੇ ਨੇ ਇਹ ਬੀਜੇਪੀ ਹੈ। ਬੇਸ਼ੱਕ ਅੰਦਰੋਂ ਅੰਦਰੀ ਉਹਨਾਂ ਦੀ ਸਾਂਝ ਪੱਕੀ ਹੋਈ ਹੈ। ਜਦੋਂ ਅਸੀਂ ਇਹਨਾਂ ਸਮੱਸਿਆਵਾਂ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ, ਪਰ ਉਹ ਸਮੱਸਿਆਵਾਂ ਨੂੰ ਪੈਦਾ ਕਰਨ ਵਾਲੇ ਲੋਕ ਨੇ ਜਿਹੜੇ, ਉਹ ਹੀ ਉਹਨਾਂ ਜਿਹੜੇ ਸਾਡੀਆਂ ਸੰਸਥਾਵਾਂ ਨੇ ਉਹਨਾਂ ਉੱਤੇ ਕਾਬਜ਼ ਹੈ, ਤੇ ਉਹਨਾਂ ਪਾਸੋਂ ਇਹਦੇ ਇਲਾਜ ਦੀ ਆਸ ਰੱਖ ਸਕਣੀ ਮੁਸ਼ਕਲ ਜਾਪਦੀ ਹੈ। ਜਿਵੇਂ ਪੰਡਤ ਤੇ ਰਾਜੇ ਦਾ ਇੱਕ ਨਾਪਾਕ ਗੱਠਜੋੜ ਹੈ ਸਧਾਰਨ ਜਨਤਾ ਨੂੰ ਲੁੱਟਣ ਵਾਸਤੇ, ਇਸੇ ਤਰ੍ਹਾਂ ਅੱਜ ਸਾਡੇ ਧਾਰਮਿਕ ਆਗੂਆਂ ਦਾ ਅਖੌਤੀ ਰਾਜਨੀਤਿਕ ਆਗੂਆਂ ਦੇ ਨਾਲ ਐਸਾ ਗੱਠਜੋੜ ਹੈ ਕਿ ਕੌਮ ਜਾਏ ਢੱਠੇ ਖੂਚ। ਉਹਨਾਂ ਨੂੰ ਜਿਹੜੀ ਕੁਰਸੀ ਦੀ ਲਾਲਸਾ ਹੈ ਉਹ ਪੂਰੀ ਹੋਣੀ ਚਾਹੀਦੀ ਹੈ। ਇਹ ਸਾਰੀ ਗੱਲ ਦੇ ਜ਼ਿੰਮੇਵਾਰ ਇਹ ਲੋਕ ਨੇ, ਪਰ ਇਹਦਾ ਹੱਲ ਹੈ, ਉਹ ਹੱਲ ਤਾਂ ਸਾਨੂੰ ਗੁਰਬਾਣੀ ਵਿੱਚੋਂ ਹੀ ਲੱਭਣਾ ਡਾਕਟਰ ਸਾਹਿਬ। ਹੂੰ ਜੀ, ਜਿਹੜਾ ਇਹ ਬੜਾ ਭਾਰੀ ਦੁਖਾਂਤ ਹੈ ਕਿ ਜਦੋਂ ਹਾਂਜੀ। ਪੋਲੀਟੀਕਲ ਪਾਵਰ ਰਾਜਾ ਅਤੇ ਧਾਰਮਿਕ ਨੇਤਾ ਉਹ ਇਕੱਠੇ ਹੋ ਕੇ ਜਨਤਾ ਨੂੰ ਲੁੱਟਣ ਦੇ ਲੱਗ ਪੈਣ, ਤਾਂ ਫਿਰ ਉਹਨਾਂ ਨੂੰ ਬਚਾਉਣ ਵਾਲਾ ਕਿਹੜਾ ਹੈ। ਇਸ ਵੇਲੇ ਜੋ ਹੋ ਰਿਹਾ ਹੈ ਤੁਹਾਡੇ ਸਾਹਮਣੇ ਹੈ ਕਿ ਛੇਵੇਂ ਪਾਤਸ਼ਾਹ ਜੀ ਨੇ ਮੀਰੀ ਅਤੇ ਪੀਰੀ ਇਕੱਠੀ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਜੋ ਬਣਿਆ ਉਹ ਸਾਡਾ ਪੋਲੀਟੀਕਲ ਵਿੰਗ ਸੀਗਾ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ। ਪਰ ਇਸ ਵੇਲੇ ਹੋ ਕੀ ਰਿਹਾ ਹੈ, ਪੋਲੀਟੀਕਲ ਜਿਹੜੀ ਸਾਡੀ ਪਾਰਟੀ ਉਹਨੂੰ ਸਟਰੋਂਗ ਕਰਨ ਵਾਸਤੇ ਗੁਰਦੁਆਰੇ ਦੀ ਗੋਲਕ ਵਰਤੀ ਜਾਂਦੀ ਹੈ। ਕਿਤੇ ਮੀਟਿੰਗ ਹੁੰਦੀ ਹੈ, 20,000 ਦਾ ਲੰਗਰ ਜੀ ਇੱਥੋਂ ਪੱਕ ਕੇ ਜਾਊਗਾ, ਆ ਜਾਓ। ਸੋ ਬੜਾ ਦਿਖਾਂਦਾ ਹੈ, ਅਤੇ ਜਿਹਦੇ ਵਿੱਚ ਦੀ ਇਸ ਵੇਲੇ ਆਪਾਂ ਸਾਰੇ ਲੰਘ ਰਹੇ ਹਾਂ। ਅਤੇ ਮੈਂ ਤਾਂ ਇੱਥੋਂ ਤੱਕ ਵੀ ਕਹਾਂਗਾ ਕਿ ਇਕੱਲੇ ਉਹ ਜ਼ਿੰਮੇਵਾਰ ਨਹੀਂ, ਅਸੀਂ ਆਪ ਵੀ ਉਨੇ ਹੀ ਦੋਸ਼ੀ ਹਾਂ। ਅਸੀਂ ਆਪਣੇ, ਕਿਉਂਕਿ ਵੀ ਆਰ ਲਿਵਿੰਗ 21st ਸੈਂਚੁਰੀ, ਸਾਨੂੰ ਪਤਾ ਹੈ, ਅਸੀਂ ਸੁੱਤੇ ਨਹੀਂ। ਇਸ ਵੇਲੇ ਹਰ ਬੰਦਾ ਸੁਚੇਤ ਹੈ, ਉਹਨੂੰ ਪਤਾ ਹੈ ਗਲਤ ਕੀ ਹੈ, ਠੀਕ ਹੈ, ਪਰ ਫਿਰ ਵੀ ਸਿਰਫ ਪਾਵਰ ਹਾਸਲ ਕਰਨ ਵਾਸਤੇ ਉਧਰ ਨੂੰ ਤੁਰੀ ਜਾਣਾ। ਜੋ ਕੁਝ ਪੰਜਾਬ ਦਾ ਇਸ ਵੇਲੇ ਹਾਲ ਹੈ ਤੁਸੀਂ ਦੇਖ ਹੀ ਰਹੇ ਹੋ। ਅੱਜ ਜਿੰਨੀਆਂ ਪਾਰਟੀਆਂ ਬਣੀਆਂ, ਜੋ ਕੁਝ ਉਸ ਵੇਲੇ ਇਸ ਵੇਲੇ ਘਮਸਾਨ ਚੱਲ ਰਿਹਾ ਹੈ, ਖੈਰ ਉਧਰ ਆਪਾਂ ਨਾ ਜਾਈਏ। ਆਪਣਾ ਜਿਹੜਾ ਮਸਲਾ, ਆਪਣੀ ਗੱਲ ਹੈ ਕਿ ਆਮ ਸਿੱਖ ਪੰਜਾਬ ਦੇ ਵਿੱਚ ਜਿਸ ਜਾਲ ਵਿੱਚ ਫਸਿਆ ਹੋਇਆ ਹੈ, ਉਹ ਕਿਸੇ ਤੋਂ ਉਮੀਦ ਆਪਾਂ ਛੱਡ ਦਈਏ ਕਿ ਕੋਈ ਪਾਰਟੀ ਸਾਡੀ ਧਾਰਮਿਕ ਕਮੇਟੀ ਜਾਂ ਅਕਾਲ ਤਖਤ ਜਾਂ ਕੋਈ ਕੱਢੇਗਾ, ਉਹਨਾਂ ਦੀ ਮੈਂ ਛੱਡ ਦਈਏ। ਤੇ ਉਹਨਾਂ ਨੂੰ ਪਿੰਡ ਤੌਰ ਦੇ ਉੱਤੇ, ਪਿੱਛੇ ਜਿਹੇ ਭਾਈ ਸਾਹਿਬ ਨਾਲ ਸਨ, ਅਸੀਂ ਜਲੰਧਰ ਜਿਹੜੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਉਹਨਾਂ ਨਾਲ ਮੀਟਿੰਗ ਕੀਤੀ, ਉੱਥੇ ਗੱਲ ਕੀਤੀ। ਬੜਾ ਸੋਹਣਾ ਉਪਰਾਲਾ ਕਰ ਰਹੇ ਨੇ, ਪਰ ਉਹ 10, 15, 20, 25 ਬੰਦੇ ਕੀ ਕਰਨ। ਪਿੰਡਾਂ ਦੇ ਵਿੱਚ ਉਹਨਾਂ ਨੇ ਬਿਲਕੁਲ ਉਹੀ ਅਡੋਪਟ ਕੀਤਾ ਸੀ ਜਿਹੜਾ ਕਿ ਕ੍ਰਿਸਚੀਅਨਿਟੀ ਕਰ ਰਹੀ ਹੈ ਕਨਵਰਸ਼ਨ ਵਾਸਤੇ। ਉਹਨਾਂ ਨੇ ਸਟੱਡੀ ਕੀਤਾ, ਉਹ ਕਹਿੰਦੇ ਆਹ ਕਰਨਾ ਪੈਣਾ। ਪਰ
ਉਹ ਜਿੰਨਾ ਕਰ ਸਕਦੇ ਕਰ ਰਹੇ ਨੇ। ਸੋ ਇਹਦੇ ਵਿੱਚ ਇਸ ਵੇਲੇ ਆਪਾਂ ਨੂੰ ਸਾਰਿਆਂ ਨੂੰ, ਮੈਂ ਸਮਝਦਾ ਉਹ ਪੰਜਾਬ ਵਿੱਚ ਬੈਠੇ ਹੋਣ, ਇੱਥੇ ਬੈਠੇ ਨੇ, ਜਿਹੜੇ ਵੀ ਸੁਚੇਤ ਸਿੱਖ ਨੇ, ਉਹਨਾਂ ਨੂੰ ਹਮਲਾ ਮਾਰਨਾ ਪੈਣਾ ਹੈ ਕਿ ਇਸ ਜਾਲ ਦੇ ਵਿੱਚੋਂ ਕਿੱਦਾਂ ਕੱਢਣਾ ਹੈ ਆਮ ਜਨਤਾ ਨੂੰ। ਪਹਿਲਾਂ ਤੇ ਜਿਹੜੇ ਥਾਂ ਥਾਂ ਬਣ ਗਈਆਂ ਨੇ, ਕਬਰਾਂ ਬਣ ਗਈਆਂ, ਡੇਰੇ ਬਣ ਗਏ ਨੇ, ਇਹਨਾਂ ਦੇ ਵਿੱਚੋਂ ਕੱਢਣਾ, ਇਹ ਭਾਈ ਸਾਹਿਬ ਨੇ ਦੱਸ ਦਿੱਤਾ ਹੈ ਕਿ ਗੁਰਬਾਣੀ ਹੀ ਕੱਢ ਸਕਦੀ ਹੈ। ਜੇ ਤੋਂ ਅਸੀਂ ਦੂਰ ਹੋ ਗਏ, ਸਾਨੂੰ ਅੰਮ੍ਰਿਤ ਵੇਲਾ ਵਿਸਰ ਗਿਆ ਹੈ, ਸਾਨੂੰ ਬਾਣੀ ਵਿਸਰ ਗਈ ਹੈ। ਜੇ ਆਸਾ ਦੀ ਦੀਵਾਰ ਦੇ ਉੱਤੇ ਮੈਂ ਮਸਕੀਨ ਸਾਹਿਬ ਦੀ ਟਿਪ ਸੁਣਦਾ ਸੀ, ਭਾਈ ਸਾਹਿਬ ਜੀ, ਉਹ ਕਹਿੰਦੇ, ਕਿਸੇ ਨੇ ਕਿਹਾ ਵੀ ਆਹ ਜਿਹੜਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਜਾਂ ਆਸਾ ਦੀ ਦੀਵਾਰ ਰੋਜ਼ ਲਾਉਂਦੇ ਆ, ਰੋਜ਼ ਕਰਦੇ ਆ, ਇਹ ਤੋਤਾ ਰਟਨੇ, ਇਹਦੀ ਲੋੜ ਨਹੀਂ। ਤੇ ਉਹ ਕਹਿੰਦਾ ਤੋਤਾ ਰਟਨਾ, ਤੁਸੀਂ ਸਾਹ ਲੈਂਦੇ ਆ, ਇਹ ਵੀ ਬਾਰ-ਬਾਰ ਆਉਂਦਾ ਹੈ, ਰੋਟੀ ਖਾਂਦੇ ਬਾਰ-ਬਾਰ, ਦਿਨ ਸੂਰ ਚੜ੍ਹਦਾ ਹੈ, ਰਾਤ ਚੜ੍ਹਦਾ ਬਾਰ-ਬਾਰ, ਇਹ ਤੋਤਾ ਰਟਣ ਨਹੀਂ, ਸਿਰਫ ਵਾਹਿਗੁਰੂ ਦਾ ਨਾਮ ਲੈਣਾ ਇਹ ਤੋਤਾ ਰਟਨ ਹੈਗਾ। ਆਸਾ ਦੀ ਵਾਰ ਲਾਉਣੀ, ਉਹ ਤੋਤਾ ਰੋਜ਼ ਹੀ ਉਹ ਰੋਜ਼ ਲਾਈ ਜਾਂਦੀ। ਉਹ ਜਿਹੜੀ ਲਾਉਂਦੇ ਆ ਉਹਦੇ ਇੱਕ ਅੱਖਰ ਦੇ ਉੱਤੇ ਵੀ ਅਮਲ ਕਰਕੇ ਦੇਖ ਲਓ, ਅਮਲ ਤਾਂ ਨਹੀਂ ਕਰਨਾ। ਸੋ ਇਹ ਬੜੀ ਸਮੱਸਿਆਵਾਂ ਹੈ, ਕਿਉਂਕਿ ਅਸੀਂ ਜਿਸ ਸੈਂਚਰੀ ਵਿੱਚ ਲੰਘ ਰਹੇ ਨੇ, ਜਿੱਥੇ ਬੜੀ ਸੁਖਦਾਈ ਹੋਈ ਹੈ ਤੇ ਮਾਇਆ ਦੇ ਪੱਖੋਂ ਭਰਪੂਰ ਹਾਂ, ਉਹਦੇ ਵਿੱਚ ਅਸੀਂ ਆਪਣਾ ਧਾਰਮਿਕ ਪੱਖ, ਧਾਰਮਿਕ ਮਰਿਆਦਾ ਜੋ ਚਲਾਈਆਂ ਸਨ, ਉਹ ਸਭ ਕੁਝ ਵਿਸਰ ਗਏ। ਸਾਨੂੰ ਆਪਣੇ ਮੁੱਢ ਨਾਲ ਜੁੜਨਾ ਪੈਣਾ ਹੈ ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸ ਸਿੱਖੀ ਲਈ ਕੁਝ ਕਰ ਸਕੀਏ, ਤਾਂ ਸੱਚੇ ਸਿੱਖ ਬਣ ਸਕੀਏ। ਇਹ ਉਪਰਾਲੇ ਕਰਨੇ ਪੈਣੇ ਨੇ, ਕਿੱਦਾਂ ਕਰਨੇ ਨੇ ਇਹ ਸਮਾਂ ਦੱਸੇਗਾ। ਤੇ ਭਾਈ ਸਾਹਿਬ ਜੀ, ਜਿਹੜੀ ਗੱਲ ਹੁਣ ਦੂਸਰੀ ਲਾ ਲਓ ਕਨਵਰਸ਼ਨ ਦੀ, ਇਸ ਵੇਲੇ ਤੁਸੀਂ ਗੱਲ ਸਪਸ਼ਟ ਕਰ ਦਿੱਤੀ, ਉਹਦੇ ਵਿੱਚ ਨਾਂ ਤਾਂ ਨਹੀਂ ਲਿਆ ਕਿਸ ਤਖਤ ਦੇ ਉੱਤੇ 1.5 ਕਿਲੋ ਸੋਨਾ ਚੜਿਆ, ਤੇ ਆਹ ਚੜਿਆ। ਤੇ ਇਹ ਜਿਹੜਾ ਇਹ ਲੋਕੀ, ਮੈਂ ਸਮਝਦਾ ਕਿ ਉਹ ਜਿਹੜੇ ਕਨਵਰਟ ਕਰਦੇ ਨੇ ਨਾ, ਉਹ ਇਨਵੈਸਟਮੈਂਟ ਕਰਦੇ ਨੇ ਕਿ ਚਰਚ ਵਿੱਚ ਆਉਣ ਵਾਲੇ ਕਿੱਦਾਂ ਪੈਦਾ ਕਰਨੇ ਆ। ਅਸੀਂ ਇਨਵੈਸਟਮੈਂਟ ਕਰਦੇ ਹਾਂ ਗੁਰਦੁਆਰੇ ਦੇ ਉੱਤੇ, ਗੁਰਦੁਆਰਾ ਸੋਹਣੇ ਬਣਨੇ ਚਾਹੀਦੇ ਨੇ, ਪਰ ਜੇ ਗੁਰਦੁਆਰੇ ਆਉਣ ਵਾਲਾ ਕੋਈ ਨਾ ਹੋਇਆ, ਉੱਥੇ ਸਾਡੀ ਇਨਵੈਸਟਮੈਂਟ ਹੈ ਨਹੀਂ, ਕਿੱਦਾਂ ਉਹਨੂੰ ਲਿਆਉਣਾ। ਡਾਕਟਰ ਸਾਹਿਬ, ਮੈਂ ਨਾ ਇੱਥੇ ਰਵਿੰਦਰਨਾਥ ਟੈਗੋਰ ਦੀ ਇੱਕ ਕੋਟੇਸ਼ਨ ਸਾਂਝੀ ਕਰਨੀ ਚਾਹੁੰਦਾ। ਬੰਗਾਲੀ ਸੀ ਰਵਿੰਦਰਨਾਥ ਟੈਗੋਰ, ਲਿਟਰੇਚਰ ਦੇ ਵਿੱਚ ਨੋਬਲ ਪ੍ਰਾਈਜ਼ ਜਿੱਤਿਆ ਹੋਇਆ ਸੀ ਉਹਨੂੰ ਜਪਜੀ ਸਾਹਿਬ ਬੰਗਾਲੀ ਦੇ ਵਿੱਚ ਟਰਾਂਸਲੇਸ਼ਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਕਿ ਤੁਸੀਂ ਇਹਨੂੰ ਬੰਗਾਲੀ ਵਿੱਚ ਟਰਾਂਸਲੇਸ਼ਨ ਕਰ ਦਿਓ। ਬਲਰਾਜ ਸਾਹਨੀ ਜਿਹੜੇ ਬਹੁਤ ਵੱਡੇ ਫਿਲਮ ਐਕਟਰ ਹੋਏ ਬਾਅਦ ਵਿੱਚ, ਉਹ ਲਿਖਦੇ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਵੀ ਮੈਂ ਉੱਥੇ ਵਿਆਹ ਕਰਵਾ ਕੇ ਤੇ ਉਹਨਾਂ ਦੇ ਚਲੇ ਗਿਆ ਸ਼ਾਂਤੀ ਨਿਕੇਤਨ ਦੇ ਵਿੱਚ। ਇੰਗਲਿਸ਼ ਪੜ੍ਹਿਆ ਹੋਇਆ ਸੀ, ਇੱਥੇ BBC ਕੰਮ ਕਰਦਾ ਸੀ ਬਲਰਾਜ ਸਾਹਨੀ। ਕੁਝ ਸਮਾਂ ਬਾਅਦ ਉਹਨੇ ਕਹਿ ਕੇ ਤਾਂ ਉੱਥੇ ਇੰਗਲਿਸ਼ ਪੜ੍ਹਾਉਣੀ ਸ਼ੁਰੂ ਕਰਤੀ। ਬਲਰਾਜ ਸਾਹਨੀ ਲਿਖਦਾ ਵੀ ਸੀ ਇੰਗਲਿਸ਼ ਦੇ ਵਿੱਚ, ਤੇ ਰਵਿੰਦਰਨਾਥ ਟੈਗੋਰ ਪੁੱਛਦਾ ਹੈ ਕਿ ਬਲਰਾਜ ਤੂੰ ਇੰਗਲਿਸ਼ 'ਚ ਕਿਉਂ ਲਿਖਦਾ, ਪੰਜਾਬੀ 'ਚ ਕਿਉਂ ਨਹੀਂ ਲਿਖਦਾ? ਤੇ ਉਹ ਕਹਿੰਦਾ ਨਹੀਂ ਜੀ, ਪੰਜਾਬੀ 'ਚ ਲਿਖੇ ਨੂੰ ਕੌਣ ਪੜ੍ਹਦਾ, ਪੰਜਾਬੀ ਬਹੁਤ ਬੈਕਵਰਡ ਲੈਂਗੁਏਜ ਹੈ। ਤੇ ਰਵਿੰਦਰਨਾਥ ਟੈਗੋਰ ਕਹਿੰਦਾ ਹੱਦ ਹੋ ਗਈ, ਤੂੰ ਗੁਰੂ ਨਾਨਕ ਦੀ ਧਰਤੀ ਤੇ ਬੈਠ ਕੇ ਉਸ ਬੋਲੀ ਨੂੰ ਮਤਲਬ ਬੈਕਵਰਡ ਬੋਲੀ ਕਹਿ ਰਿਹਾ ਜਿਹਦੇ ਵਿੱਚ ਜਪਜੀ ਸਾਹਿਬ ਲਿਖੀ ਹੋਈ ਹੈ। ਉਹਨਾਂ ਨੇ ਬਹੁਤ ਡੀਟੇਲ ਦੇ ਵਿੱਚ ਉਹ ਘਟਨਾ ਦਾ ਜ਼ਿਕਰ ਕੀਤਾ ਹੈ, ਤੇ ਉਹਦੇ ਅਖੀਰ ਤੇ ਰਵਿੰਦਰਨਾਥ ਟੈਗੋਰ ਬਲਰਾਜ ਸਾਹਨੀ ਨੂੰ ਕਹਿੰਦਾ ਹੈ ਕਿ ਇੱਕ ਸਿਆਣਾ ਸਿੱਖ ਬੋਹੜ ਦੀ ਛਾਵੇਂ ਬੋਰੀ ਵਿਛਾ ਕੇ ਸਿੱਖ ਧਰਮ ਦਾ ਵਧੀਆ ਪ੍ਰਚਾਰ ਕਰ ਸਕਦਾ ਹੈ, ਜਦ ਕਿ ਸੰਗਮਰਮਰ ਲਾ ਕੇ ਇੱਕ ਬਹੁਤ ਆਲੀਸ਼ਾਨ ਇਮਾਰਤ ਦੇ ਵਿੱਚ ਕੋਈ ਜੀਵਨ ਵਾਲਾ ਸਿੱਖ ਨਾ ਬੈਠਾ ਹੋਵੇ, ਉਹ ਪ੍ਰਚਾਰ ਕਰੇ। ਜਿੰਨਾ ਉਸ ਖੂਬਸੂਰਤ ਇਮਾਰਤ ਵਿੱਚ ਬੈਠ ਕੇ ਕੋਈ ਜੀਵਨ ਵਾਲਾ ਸਿੱਖ ਨਾ ਹੋਵੇ ਜਿੰਨਾ ਉਹ ਕਰਦਾ ਹੈ, ਉਹਦੇ ਨਾਲੋਂ ਬੋਹੜ ਦੇ ਦਰਖਤ ਥੱਲੇ ਬੈਠਾ ਹੋਇਆ ਜੀਵਨ ਵਾਲਾ ਜਿਹੜਾ ਸਿੱਖ ਹੈ, ਉਹ ਵਧੀਆ ਪ੍ਰਚਾਰ ਕਰ ਸਕਦਾ ਹੈ। ਅਸੀਂ ਬਹੁਤ ਵਾਰੀ ਰੋਲ ਮਾਡਲ ਦੀ ਗੱਲ ਕਰਦੇ ਹਾਂ, ਸਾਡੇ ਕੋਲ ਰੋਲ ਮਾਡਲ ਹੋਣਾ ਚਾਹੀਦਾ। ਮੈਂ ਕਹਿੰਦਾ ਹੁੰਦਾ ਕਿ ਰੋਲ ਮਾਡਲ ਬਾਹਰੋਂ ਹੀ ਲੱਭਣਾ ਹੈ, ਆਪਣੇ ਆਪ 'ਚ ਰੋਲ ਮਾਡਲ ਕਿਉਂ ਨਹੀਂ ਲੱਭਦੇ ਅਸੀਂ? ਬਹੁਤ ਸਾਰੀਆਂ ਘਟਨਾਵਾਂ ਨੇ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ। ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਰਨ ਤਾਰਨ ਨਗਰ ਵਸਾਇਆ ਨਾ, ਤੇ ਉਹ ਨਗਰ ਵਸਾਇਆ ਹੀ ਇਸੇ ਕਰਕੇ ਸੀ
ਕਿ ਪੰਜਾਬ ਦੇ ਸਿੱਧੇ ਸਾਧੇ ਲੋਕ ਸੁਲਤਾਨੀਏ ਬਣੀ ਜਾਂਦੇ ਸਨ, ਸਖੀ ਸਰਵਰ ਦੇ ਚੇਲੇ ਬਣੀ ਜਾਂਦੇ ਸਨ। ਉਹਨਾਂ ਨੂੰ ਰੋਕਣ ਵਾਸਤੇ ਗੁਰੂ ਸਾਹਿਬ ਨੇ ਉੱਥੇ ਕੇਂਦਰ ਸਥਾਪਿਤ ਕੀਤਾ, ਤੇ ਉਸ ਕੇਂਦਰ ਦੇ ਵਿੱਚ ਆਉਂਦਾ ਕੌਣ ਹੈ? ਭਾਈ ਮੰਝ, ਜਿਹੜਾ ਉਹਨਾਂ ਦਾ ਸੁਲਤਾਨੀਆਂ ਦਾ ਪ੍ਰਚਾਰਕ ਹੈ। ਉਹ ਮੰਝ ਦੀ ਸਾਖੀ ਆਪਾਂ ਬਹੁਤ ਵਾਰੀ ਸੁਣੀ ਹੈ। ਉਹ ਆਉਂਦਾ ਹੈ, ਉੱਥੇ ਰਾਤ ਰੁਕਦਾ ਹੈ, ਬਾਣੀ ਪੜ੍ਹਦਾ ਹੈ, ਬਾਣੀ ਸੁਣਦਾ ਹੈ, ਸਿੱਖਾਂ ਦਾ ਜੀਵਨ ਵੇਖਦਾ ਹੈ। ਉਹਦਾ ਜੀ ਕਰਦਾ ਹੈ ਕਿ ਮੈਂ ਵੀ ਸਿੱਖ ਬਣ ਜਾ। ਗੁਰੂ ਅਰਜਨ ਸਾਹਿਬ ਕੋ ਸਵੇਰੇ ਹਾਜ਼ਰ ਹੋ ਜਾਂਦਾ ਹੈ, ਸੱਚੇ ਪਾਤਸ਼ਾਹ ਮੈਨੂੰ ਵੀ ਸਿੱਖੀ ਦੇ ਦਿਓ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਪੁਰਖਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਹੁੰਦੀ, ਪਹਿਲਾਂ ਸ਼ੇਖ ਫਤਿਹ ਦੀ ਸਮਾਧ ਢਾਹ, ਫਿਰ ਤੈਨੂੰ ਸਿੱਖੀ ਦੀ ਦਾਤ ਪ੍ਰਾਪਤ ਹੋਏਗੀ। ਉਹਨੇ ਸੁਲਤਾਨੀਆਂ ਦਾ ਕੰਮ ਛੱਡਿਆ, ਫਤਿਹ ਦੀ ਸਮਾਧ ਢਾਈ, ਗੁਰੂ ਅਰਜਨ ਸਾਹਿਬ ਦਾ ਸਿੱਖ ਬਣਿਆ। ਜੰਗਲ ਚੋਂ ਲੱਕੜਾਂ ਕੱਟ ਕੇ ਲੰਗਰ ਵਾਸਤੇ ਲੈ ਕੇ ਆਉਂਦੀਆਂ ਸ਼ੁਰੂ ਕੀਤੀਆਂ। ਖੂਹ 'ਚ ਡਿੱਗਿਆ ਬਾਰਿਸ਼ ਦੇ ਸਮੇਂ, ਕਿਵੇਂ ਗੁਰੂ ਅਰਜਨ ਸਾਹਿਬ ਆਪ ਭੱਜੇ ਗਏ, ਉਹਨਾਂ ਨੂੰ ਰੱਸਾ ਪਾ ਕੇ ਬਾਹਰ ਕੱਢਿਆ। ਬਾਹਰ ਕੱਢਦਿਆਂ ਹੀ ਉਹਨੂੰ ਹਿੱਕ ਨਾਲ ਲਾ ਕੇ, ਛਾਤੀ ਨਾਲ ਲਾ ਕੇ ਬਚਨ ਕੀਤਾ, ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ। ਇਹ ਉਦਾਹਰਨਾਂ ਨੇ ਸਾਡੇ ਸਾਹਮਣੇ ਕਿ ਗੁਰੂ ਸਾਹਿਬ ਇਹੋ ਜਿਹੇ ਸਮਿਆਂ ਤੇ ਕੀ ਕਰਦੇ ਹੁੰਦੇ ਸਨ। ਅੱਜ ਦੂਸਰੀ ਗੱਲ ਇਹ ਹੈ ਵੀ ਜਿਹੜੇ ਲੋਕ ਅਣਦਿਸਦੀ ਕਨਵਰਸ਼ਨ ਦੇ ਸ਼ਿਕਾਰ ਨਹੀਂ ਹੋਏ, ਉਹਨਾਂ ਨੂੰ ਕੋਈ ਵੀ ਲਾਲਚ ਖਰੀਦ ਨਹੀਂ ਸਕਦਾ। ਜਿਹੜੇ ਉਸ ਕਨਵਰਸ਼ਨ ਦੇ ਸ਼ਿਕਾਰ ਹੋ ਚੁੱਕੇ ਨੇ, ਉਹਨਾਂ ਨੂੰ ਹੀ ਖਰੀਦਿਆ ਜਾਂਦਾ ਹੈ। ਜਿਨ੍ਹਾਂ ਦਾ ਆਪਣੇ ਕੀਲੇ ਦੇ ਨਾਲ ਜ਼ੋਰ ਨਹੀਂ ਨਾ ਹੁੰਦਾ। ਆਸਾ ਦੀ ਵਾਰ ਦੀ ਤੁਸੀਂ ਗੱਲ ਕੀਤੀ ਵੀ ਰੋਜ਼ ਕਿਉਂ ਪੜ੍ਹਦੇ ਹੋ। ਜਦੋਂ ਆਸਾ ਦੀ ਵਾਰ ਦਾ ਇਹ ਸ਼ਲੋਕ ਪੜ੍ਹਦੇ ਆ ਨਾ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜੋ ਸੁਝੇ ਅੰਦਰ ਖੇਤ, ਖੇਤੈ ਅੰਦਰ ਛੁੱਟੀਆਂ ਕਹੋ ਨਾਨਕ ਸੌ ਨਾ, ਫਲੀਏ ਫੁਲੀਏ ਬੱਪੜੇ ਵੀ ਤਨ ਵਿੱਚ ਸੁਆ। ਇਸੇ ਸ਼ਲੋਕ ਦੇ ਅਰਥ ਅਸੀਂ ਸਮਝਾ ਦਈਏ ਉਹਨਾਂ ਲੋਕਾਂ ਨੂੰ ਭਈ ਗੁਰੂ ਸਾਹਿਬ ਇੱਥੇ ਕੀ ਕਹਿ ਰਹੇ ਨੇ। ਜਿਹੜਾ ਬੰਦਾ ਆਪਣੇ ਅਸਲੇ ਤੋਂ ਟੁੱਟ ਜਾਂਦਾ ਹੈ, ਉਹਦਾ ਹਾਲ ਐਸਾ ਹੁੰਦਾ ਹੈ ਜਿਵੇਂ ਤਿਲਾਂ ਦਾ ਬੂਟਾ ਤੇ ਹੋਵੇ, ਉਹਨੂੰ ਬਹੁਤ ਖੂਬਸੂਰਤ ਪਲਿਆ ਹੋਵੇ, ਫੁੱਲ ਵੀ ਲੱਗੇ ਹੋਣ, ਡੋਡੀਆਂ ਵੀ ਲੱਗ ਜਾਣ, ਪਰ ਉਹਦੇ ਵਿੱਚ ਤਿਲ ਪੈਣ ਦੀ ਬਜਾਏ ਸੁਆਹ ਹੀ ਪੈ ਜਾਏ। ਇਹ ਮੈਂ ਇਹ ਕਹਿੰਦਾ ਹੁੰਦਾ ਕਿ ਜਿਨ੍ਹਾਂ ਲੋਕਾਂ ਦੇ ਜੀਵਨ ਦੇ ਵਿੱਚ ਸੁਆਹ ਹੀ ਭਰੀ ਹੋਈ ਹੈ, ਉਹ ਹੀ ਇਹਨਾਂ ਭੇਖੀਆਂ ਦੇ ਡੇਰਿਆਂ ਤੇ ਜਾਂਦੇ ਨੇ। ਜਿਹੜੇ ਲੋਕ ਗੁਰੂ ਨਾਲ ਜੁੜੇ ਹੋਏ ਨੇ, ਉਹ ਤਾਂ ਬੰਦ ਕਟਵਾ ਦਿੰਦੇ ਨੇ, ਚਰਖੜੀਆਂ ਤੇ ਚੜ੍ਹ ਜਾਂਦੇ ਨੇ। ਪਿਛਲੇ ਮਹੀਨੇ ਹੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੇ ਮਨਾਏ ਨੇ। ਜਦੋਂ ਸਿੱਖ ਚੈਨਲ ਵੱਲੋਂ ਖਾਸ ਪ੍ਰੋਗਰਾਮ ਕੀਤੇ ਗਏ, ਮੈਂ ਬਾਰ-ਬਾਰ ਇਹ ਗੱਲ ਦੁਹਰਾਈ ਕਿ ਜਿਸ ਵੇਲੇ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ, ਉਹਨੂੰ ਪੁੱਛਿਆ ਜਦੋਂ ਵੀ ਜੇ ਤੁਹਾਨੂੰ ਛੱਡ ਦਈਏ ਅਸੀਂ ਫਿਰ ਕੀ ਕਰੋਗੇ, ਤੇ ਉਹ ਕਹਿੰਦੇ ਨੇ ਅਸੀਂ ਬਾਹਰ ਜਾਵਾਂਗੇ, ਸਿੰਘਾਂ ਨੂੰ ਇਕੱਠੇ ਕਰਾਂਗੇ, ਹਥਿਆਰ ਇਕੱਠੇ ਕਰਾਂਗੇ, ਫੌਜ ਬਣਾਵਾਂਗੇ, ਤੇਰੀ ਜ਼ਾਲਮ ਹਕੂਮਤ ਦਾ ਨਾਸ਼ ਕਰਾਂਗੇ, ਤੇਰੇ ਖਿਲਾਫ ਬਗਾਵਤ ਕਰਾਂਗੇ। ਉਹ ਛੋਟੇ ਛੋਟੇ ਬੱਚੇ ਨੇ, 5 ਸਾਲ ਜਾਂ 7 ਸਾਲ ਜਾਂ 6 ਸਾਲ ਜਾਂ 8 ਸਾਲ। ਉਹਨਾਂ ਦੇ ਸਾਹਮਣੇ ਕਿੰਨਾ ਕੁ ਚੋਇਸ ਇਹੀ ਸੀ ਨਾ ਕਿ ਤੁਸੀਂ ਇਸਲਾਮ ਕਬੂਲ ਕਰ ਲਓ, ਦੁਨੀਆ ਦੀਆਂ ਸਾਰੀਆਂ ਨਿਆਮਤਾਂ ਤੁਹਾਡੀ ਝੋਲੀ 'ਚ ਪਾ ਦਿਆਂਗੇ, ਹਰ ਚੀਜ਼ ਸੁੱਖ ਆਰਾਮ ਤੁਹਾਨੂੰ ਦੇ ਦਿਆਂਗੇ। ਨਹੀਂ ਕਹਿੰਦੇ ਨਹੀਂ ਚਾਹੀਦੇ, ਫਿਰ ਵੀ ਉਹ ਤਸੀਹੇ ਸਹਿ ਕੇ ਕੰਧ ਵਿੱਚ ਚਿਣ ਹੋ ਕੇ ਸ਼ਹਾਦਤ ਦਿੱਤੀ ਉਹਨਾਂ। ਉਹ ਲੋਕ ਜਿਨ੍ਹਾਂ ਦੀਆਂ ਕਹਾਣੀਆਂ ਪਾਉਂਦੇ ਹਾਂ ਅਸੀਂ, ਉਹ ਅੰਦਰੋਂ ਜੁੜੇ ਹੋਏ ਸਨ ਤਾਂ ਉਹ ਬਾਹਰਲੇ ਹਮਲਿਆਂ ਦਾ ਟਾਕਰਾ ਕਰ ਸਕੇ। ਅੱਜ ਮੁਸ਼ਕਲ ਇਹ ਹੈ, ਅਸੀਂ ਅੰਦਰੋਂ ਜੁੜੇ ਹੋਏ ਨਹੀਂ, ਅਸੀਂ ਟੁੱਟੇ ਹੋਏ ਹਾਂ, ਅਸੀਂ ਕਰਮਕਾਂਡੀ ਹੋ ਗਏ ਹਾਂ। ਸਾਡੇ ਅੰਦਰ ਉਹ ਦ੍ਰਿੜਤਾ ਨਹੀਂ ਰਹੀ, ਸਾਡੇ ਅੰਦਰ ਉਹ ਜਿਹੜੀ ਲੜ ਮਰਨ ਵਾਲੀ ਗੱਲ ਸੀ ਖਤਮ ਹੋ ਗਈ। ਪੁਰਾਤਨ ਰਹਿਤਨਾਮ ਵਿੱਚ ਸ਼ਬਦ ਆਉਂਦੇ ਨੇ, ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਲੜੇ ਨਿਤ ਜੰਗ, ਖਾਲਸਾ ਸੋ ਜੋ ਦੁਸ਼ਟ ਕੋ ਮਾਰੇ। ਅੱਜ ਅਸੀਂ ਸਾਰਿਆਂ ਦੇ ਮੂਹਰੇ ਥੱਲੇ ਲੰਮੇ ਪੈਣ ਨੂੰ ਤਿਆਰ ਹਾਂ। ਪੂਰੇ ਭਾਰਤ ਵਿੱਚ ਸਭ ਤੋਂ ਵੱਧ ਡੇਰੇ ਪੰਜਾਬ ਵਿੱਚ ਨੇ, ਤੇ ਉਹਨਾਂ ਡੇਰਿਆਂ ਨੂੰ, ਸਾਰਿਆਂ ਡੇਰਿਆਂ ਨੂੰ ਸਰਪ੍ਰਸਤੀ ਰਾਜਨੀਤਿਕਾਂ ਦੀ ਹੈ। ਉਹ ਭੁਲੇਖੇ 'ਚ ਨਾ ਰਹੇ। ਹੁਣ ਇਲੈਕਸ਼ਨ ਹੋਣੀ ਹੈ, ਹਰ ਡੇਰੇ ਦੇ ਉੱਤੇ 4-4 ਗੱਡੀਆਂ ਹਰ ਰੋਜ਼ ਆ ਕੇ ਉਹਨਾਂ ਦੇ ਮੱਥੇ ਟੇਕਦੀਆਂ। ਬੇਸ਼ੱਕ ਭਾਰਤ ਦਾ ਸੰਵਿਧਾਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ। ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਚੋਣਾਂ ਦੀ ਗੱਲ ਕਰਦਾ ਹੈ, ਸਭ ਤੁਰੇ ਜਾਂਦੇ ਨੇ ਉੱਥੇ। ਇੱਥੋਂ ਤੱਕ ਇੱਕ ਅਕਾਲੀ ਕੈਂਡੀਡੇਟ, ਮੈਂ ਨਾਂ ਨਹੀਂ ਲੈਣਾ ਉਹਦਾ, ਉਹ ਸਰਸਿਆਂ ਦੇ ਮੱਥਾ ਟੇਕ ਕੇ ਆਇਆ ਕਿ ਵੋਟਾਂ ਮੈਨੂੰ ਪਾਇਓ। ਹਾਂਜੀ, ਮਤਲਬ ਜਦੋਂ ਤੱਕ ਰਾਜਨੀਤਿਕ ਦਾ ਇਹਨਾਂ ਲੋਕਾਂ ਦੇ ਸਿਰ ਤੇ ਹੱਥ ਰਹੂਗਾ, ਇਹ ਗੱਠਜੋੜ ਰਹੂਗਾ, ਤੇ ਉਹ 1000 ਸਾਲ ਪੁਰਾਣੀ ਗੱਲ ਦੁਹਰਾਈ ਜਾਂਦੀ ਰਹੂਗੀ। ਜਿਸ ਵੇਲੇ ਮਹਿਮੂਦ ਗਜ਼ਨਵੀ ਨੇ 17 ਹਮਲੇ ਕੀਤੇ ਨਾ, ਤੇ ਉਸ ਵੇਲੇ ਭਾਰਤ ਦੀ ਬਹੁ ਗਿਣਤੀ ਨੂੰ ਹਥਿਆਰ ਚੱਕਣ ਦਾ ਅਧਿਕਾਰ ਹੀ ਨਹੀਂ ਸੀ।
ਘੋੜੇ ਦੀ ਸਵਾਰੀ ਕਰਨ ਦਾ ਅਧਿਕਾਰ ਨਹੀਂ ਸੀ, ਲੜਨ ਦਾ ਅਧਿਕਾਰ ਨਹੀਂ ਸੀ। ਉਹ ਤਾਂ ਸਿਰਫ ਦਾਸ ਸੀ, ਉਹਨਾਂ ਦੇ ਗੁਲਾਮ ਸਨ, ਗੁਲਾਮਾਂ ਵਾਲੀ ਜ਼ਿੰਦਗੀ ਜਿਉਂਦੇ ਸਨ। ਅੱਜ ਅਸੀਂ ਬੌਧਿਕ ਪੱਖ ਤੋਂ, ਧਾਰਮਿਕ ਪੱਖ ਤੋਂ, ਸਿਧਾਂਤਕ ਪੱਖ ਤੋਂ ਗੁਲਾਮਾਂ ਵਾਲੀ ਜ਼ਿੰਦਗੀ ਜਿਉਂਦੇ ਹਾਂ। ਜਦੋਂ ਗੁਲਾਮਾਂ ਵਾਲੀ ਜ਼ਿੰਦਗੀ ਜਿਉਂਦੇ ਹਾਂ ਨਾ, ਫਿਰ ਉਹਦਾ ਹੱਲ ਇਹ ਹੀ ਹੁੰਦਾ ਹੈ। ਜਦੋਂ ਮੈਂ ਆਸਾ ਦੀ ਵਾਰ ਦਾ ਕੀਤਾ ਸੀ ਨਾ, ਸ਼ਲੋਕ ਦਾ ਹਵਾਲਾ ਦਿੱਤਾ, ਕਹੋ ਨਾਨਕ ਸੌ ਨਾ ਸੌ ਖਸਮ। ਜਿਹੜੇ ਲੋਕ ਆਪਣੇ ਗੁਰੂ ਤੋਂ ਟੁੱਟ ਜਾਂਦੇ ਨੇ, ਅਨੇਕਾਂ ਹੀ ਡੇਰੇਦਾਰ ਉਹਨਾਂ ਤੇ ਆ ਕਾਠੀ ਪਾਉਂਦੇ ਹੈ। ਉਹ ਚਾਹੇ ਕ੍ਰਿਸਚਨ ਚਰਚ ਦੇ ਨਾਂ ਤੇ ਹੋਵੇ, ਚਾਹੇ ਕੋਈ ਡੇਰੇਦਾਰ ਹੋਵੇ, ਚਾਹੇ ਕੋਈ ਕਬਰਾਂ ਨੂੰ ਪੂਜਣ ਵਾਲਾ ਹੋਵੇ, ਚਾਹੇ ਕੋਈ ਸੁਆਹ ਦੀ ਚੁਟਕੀ ਸਿਰ 'ਚ ਦੇਣ ਵਾਲਾ ਹੋਵੇ, ਤੇ ਚਾਹੇ ਕੋਈ ਧਾਗੇ ਬੰਨਣ ਵਾਲਾ ਹੋਵੇ। ਇਹੋ ਜਿਹੇ ਲੋਕੀ ਉਹਨਾਂ ਦੇ ਮਾਲਕ ਬਣ ਬੈਂਦੇ ਆ। ਅੱਜ ਗੁਰੂ ਨਾਨਕ ਸਾਹਿਬ ਨੇ ਸਾਡੇ ਕੋਲ ਕੁਝ ਨਹੀਂ ਲੁਕੋ ਕੇ ਰੱਖਿਆ, ਸਾਰਾ ਕੁਝ ਸਪਸ਼ਟ ਕਰ ਦਿੱਤਾ ਹੈ। ਪਹਿਲਾਂ ਧਰਮ ਦਾ ਅਧਿਕਾਰ ਸਿਰਫ ਖਾਸ ਕਿਸਮ ਦੇ ਲੋਕਾਂ ਨੂੰ ਹੀ ਸੀ। ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ, ਨਹੀਂ, ਇਹ ਸਾਰਿਆਂ ਵਾਸਤੇ ਹੈ। 10ਵੇਂ ਪਾਤਸ਼ਾਹ ਜਦੋਂ ਕਹਿੰਦੇ ਨਾ, ਜਿਨ ਕੀ ਜਾਤ ਗੋਤ ਕੁਲ ਨਾਹੀ, ਸਰਦਾਰੀ ਨਾ ਭਈ ਕਿਦਾਹੀ, ਇਨਹੀ ਕੋ ਸਰਦਾਰ ਬਣਾਊ। ਜਿਨ੍ਹਾਂ ਨੂੰ ਮੰਦਿਰ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੱਤਾ ਜਾਂਦਾ ਸੀ, ਜਿਨ੍ਹਾਂ ਲੋਕਾਂ ਨੂੰ ਮੰਦਿਰ ਦੇ ਮੋਹਰਿਓਂ ਦੀ ਨਹੀਂ ਲੰਘਣ ਦਿੱਤਾ ਜਾਂਦਾ ਸੀ, ਗੁਰੂ ਅਰਜਨ ਸਾਹਿਬ ਨੇ ਉਹਨਾਂ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ 'ਚ ਬਰਾਬਰ ਸਤਿਕਾਰ ਦਿੱਤਾ ਉਹਨਾਂ ਲੋਕਾਂ ਨੂੰ। ਕਿਉਂ? ਕਿਉਂਕਿ ਉਹ ਸਮਾਜ ਦਾ ਇੱਕ ਅਹਿਮ ਅੰਗ ਨੇ। ਜਦੋਂ ਤੱਕ ਸਮਾਜ ਵੰਡਿਆ ਰਹੂਗਾ, ਸਮਾਜ ਦੀ ਤਰੱਕੀ ਨਹੀਂ ਹੋ ਸਕਦੀ। ਅੱਜ ਉਹੀ ਵੰਡ ਅਸੀਂ ਦੁਆਰਾ ਪਾ ਲਈ ਹੈ। ਉਹ ਜਾਤ ਪਾਤ ਦੇ ਨਾਂ ਦੇ ਉੱਤੇ ਵੀ ਹੈ, ਰਾਜਨੀਤਿਕ ਤੌਰ ਦੇ ਉੱਤੇ ਵੀ ਹੈ, ਬਾਕੀ ਹੋਰ ਕਾਰਨਾਂ ਕਰਕੇ ਵੀ ਹੈ। ਉਹਦੇ ਲਈ ਇੱਕੋ ਇੱਕ ਹੱਲ ਹੈ ਡਾਕਟਰ ਸਾਹਿਬ, ਇੱਕੋ ਇੱਕ। ਸਿੱਖ ਚੈਨਲ ਪਿਛਲੇ 12 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਬੜੇ ਹੀ ਉਤਰਾਵਾਂ ਚੜਾਵਾਂ ਵਿੱਚ ਦੀ ਲੰਘਦਾ ਅੱਜ ਤੱਕ ਪਹੁੰਚਿਆ। ਸੰਗਤਾਂ ਦੇ ਸਹਿਯੋਗ ਦੇ ਨਾਲ, ਸੰਗਤਾਂ ਦੀ ਮਦਦ ਦੇ ਨਾਲ, ਅਸੀਸਾਂ ਨਾਲ, ਅਰਦਾਸਾਂ ਨਾਲ ਅੱਜ ਇੰਨਾ ਲੰਮਾ ਪੰਧ ਤੈਅ ਕਰਕੇ ਅਜੇ ਵੀ ਕਾਇਮ ਦਾਇਮ ਆ। ਸਿੱਖ ਚੈਨਲ ਹੋਰ ਤਾਂ ਕੁਝ ਨਹੀਂ ਕਰਦਾ, ਅਵੇਅਰਨੈਸ ਹੀ ਕ੍ਰੀਏਟ ਕਰਦਾ ਨਾ, ਗੁਰਬਾਣੀ ਪ੍ਰਤੀ, ਸਿੱਖ ਇਤਿਹਾਸ ਪ੍ਰਤੀ, ਬਾਕੀ ਹੋਰ ਸਾਰਾ ਜਿਹੜਾ ਸਾਡਾ ਵਿਰਸਾ ਹੈ ਉਹਦੇ ਪ੍ਰਤੀ। ਠੀਕ ਹੈ, ਸਾਨੂੰ ਕਈ ਪ੍ਰੋਗਰਾਮ ਐਸੇ ਵੀ ਕਰਨੇ ਪੈਂਦੇ ਨੇ ਕਿਉਂਕਿ ਖਰਚੇ ਵੀ ਤਾਂ ਚਲਾਉਣੇ ਹੁੰਦੇ ਨੇ ਨਾ, ਪਰ ਉਹਦੇ ਨਾਲ ਅਸੀਂ ਹਰ ਸਿੱਖ ਨੂੰ, ਅਗਰ ਡਾਕਟਰ ਸਾਹਿਬ ਇਹ ਅਹਿਦ ਕਰ ਲਈਏ, ਹਰ ਸਿੱਖ ਨੂੰ ਅਸੀਂ ਗੁਰਬਾਣੀ ਦੇ ਨਾਲ ਜੋੜਨਾ ਹੈ ਜੀ। ਅੱਜ ਮੈਨੂੰ ਕਿਵੇਂ ਕਰਿਓ, ਮੈਂ ਇੱਕ ਸ਼ਬਦ ਵਰਤਣ ਲੱਗਾ ਹੈ, ਅਸੀਂ ਸਾਰੇ ਖੰਡੇ ਦੇ ਸਿੱਖ ਰਹਿ ਗਏ ਹਾਂ। ਉਹ ਖੰਡਾ ਸਾਡੇ ਘਰ ਦੇ ਮੈਂਟਲ ਪੀਸ ਤੇ ਪਿਆ, ਸਾਡੀ ਕਾਰ ਦੇ ਵਿੱਚ ਉਹ ਰੱਸੀ ਪਾ ਕੇ ਟੰਗਿਆ ਹੋਇਆ ਹੈ, ਸਾਡੇ ਗਲ 'ਚ ਲਟਕਾਇਆ ਹੋਇਆ ਹੈ, ਕਈਆਂ ਨੇ ਟੈਟੂ ਬਣਾਏ ਹੋਏ ਨੇ ਆਪਣੇ ਬਾਂਹ ਦੇ ਉੱਤੇ। ਮੈਂ ਸੋਚਦਾ ਹੁੰਨਾ, ਖੰਡੇ ਤੋਂ ਪਹਿਲਾਂ ਤਾਂ 230 ਸਾਲ ਦਾ ਇਤਿਹਾਸ ਹੈ ਸਾਡਾ, 230 ਸਾਲ ਦੀ ਸਿੱਖਿਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ। ਉਹਨੂੰ ਛੱਡ ਕੇ ਅਸੀਂ ਅਖੀਰ ਤੇ ਕਿਵੇਂ ਪਹੁੰਚ ਸਕਦੇ ਹਾਂ? 10 ਮੰਜ਼ਲਾਂ ਨੇ, ਉਹਦੀਆਂ ਨੀਹਾਂ ਨਹੀਂ ਭਰਾਂਗੇ, ਕੰਧਾਂ ਨਹੀਂ ਖੜੀਆਂ ਕਰਾਂਗੇ, ਤੇ 10ਵੀਂ ਮੰਜ਼ਿਲ ਦੀ ਛੱਤ ਕਿਵੇਂ ਪਾ ਲਵਾਂਗੇ? ਅੱਜ ਮੁੜ ਕੇ ਉਹ ਜਿਹੜਾ ਸਾਡਾ ਬਿਲਕੁਲ ਮੁੱਢਲੀ ਗੱਲ ਹੈ, ਬਿਲਕੁਲ ਬੇਸਿਕ, ਮੂਲ ਮੰਤਰ ਨਾਲ ਜੁੜਨਾ ਪਏਗਾ, ਜਪਜੀ ਨਾਲ ਜੁੜਨਾ ਪਏਗਾ, ਆਸਾ ਦੀ ਵਾਰ ਨਾਲ ਜੁੜਨਾ ਪਏਗਾ। ਜਦੋਂ ਬਾਣੀ ਪੜਾਂਗੇ, ਜਦੋਂ ਪੜਾਂਗੇ ਨਾ, ਇਹ ਕਰਮ ਧਰਮ ਪਾਖੰਡ ਜੋ ਦੀਸੈ ਤੈਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਰ ਨਿਮਕ ਸਿਮਰਤ ਜਸ ਛੂਟੈ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਜੇ ਪੜ੍ਹ ਲਾਂਗੇ ਇਹ, ਤੇ ਫਿਰ ਉਹ ਪਖੰਡ ਜਿਹੜੇ ਕਰਮ ਕਾਂਡ ਹੈ ਉਹ ਅਸੀਂ ਛੱਡ ਦਿਆਂਗੇ। ਜੇ ਅਸੀਂ ਪੜ੍ਹ ਲਾਂਗੇ ਤੇ ਮਾਰਗ ਚੱਲੇ ਭਾਈ ਜਿਹੜੇ ਗੁਰ ਕਹੇ ਸੋ ਕਾਰ ਕਮਾਏ ਜਿਓ, ਤਿਆਗੈ ਮਨ ਕੀ ਮਤੜੀ ਵਿਸਾਰੇ ਦੂਜਾ ਭਹੋ ਜਿਓ, ਇਉਂ ਪਾਵੇਂ ਹਰ ਦਰਸਾਵੜਾ ਨਹਿ ਲਾਗੇ ਤਾਤੀ ਵਾਓ ਜਿਓ। ਜਦੋਂ ਪੜ੍ਹ ਲਾਂਗੇ, ਵਿਚਾਰ ਲਾਂਗੇ ਉਹਨੂੰ ਵੀ ਮੈਂ ਸਤਿਗੁਰੂ ਦੇ ਭਾਣੇ ਵਿੱਚ ਚੱਲਿਆ ਨਾ ਜੇ, ਤੇ ਮੈਨੂੰ ਜ਼ਿੰਦਗੀ ਦੇ ਵਿੱਚ ਕਦੇ ਤੱਤੀ ਹਵਾ ਨਹੀਂ ਲੱਗਣੀ। ਸੁੱਖ ਹੀ ਸੁੱਖ ਹੈ, ਸੁੱਖ ਹੀ ਹੈ ਰੇ, ਸੁੱਖ ਹਰ ਥਾਂ ਸੁੱਖ। ਜਦੋਂ ਇਹ ਸਾਡੇ ਅੰਦਰ ਆ ਜੂਗੀ, ਫਿਰ ਕੋਈ ਮਾਈ ਦਾ ਲਾਲ ਸਾਨੂੰ ਨਹੀਂ ਥੜਕਾ ਸਕੂਗਾ। ਜਦੋਂ ਤੱਕ ਕਰਮਕੰਡੀ ਬਣੇ ਰਵਾਂਗੇ, ਉਦੋਂ ਤੱਕ ਇਹ ਸਮੱਸਿਆ ਆਉਂਦੀਆਂ ਰਹਿਣਗੀਆਂ। ਅੱਜ ਕ੍ਰਿਸਚੈਨਿਟੀ ਦੀ ਕਨਵਰਸ਼ਨ ਹੈ, ਕੱਲ੍ਹ ਨੂੰ ਕਿਸੇ ਹੋਰ ਦੀ ਹੋ ਜੂਗੀ। ਹਰ ਪਿੰਡ ਦੇ ਵਿੱਚੋਂ ਲੋਕਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਕਿ ਉਹ ਸੁਲਤਾਨੀਆ ਸ਼ੇਖ ਸਰਵਰੀਆ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵਾਸਤੇ ਉਹ ਜ਼ਿੰਮੇਵਾਰ ਸੀ ਇੱਕ ਉਹ ਵੀ। ਤੇ ਅਸੀਂ ਹਰ ਵੀਰਵਾਰ ਨੂੰ ਚੱਕ ਕੇ ਖੀਰ ਆਪਣੇ ਮੱਝਾਂ ਗਾਵਾਂ ਦੀ ਉਹਦੇ ਡੇਰੇ ਚੱਕੀ ਫਿਰਦੇ ਹਾਂ, ਕਈ ਕੁਛ ਕਰੀ ਜਾਂਦੇ ਹਾਂ। ਜੇ ਸਾਨੂੰ ਪਤਾ ਹੋਵੇ ਨਾ, ਇਹ ਲੋਕ ਸਨ ਨੇ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਲਿਆ ਸੀ। ਪੰਜਾਬ ਦੇ ਲੋਕ ਮਿੱਤਰ ਵੀ ਬਹੁਤ ਵਧੀਆ ਨੇ ਤੇ ਦੁਸ਼ਮਣ ਵੀ ਬਹੁਤ ਵਧੀਆ ਨੇ। ਉਹ ਆਪਣੇ ਦੁਸ਼ਮਣ ਨੂੰ ਭੁਲਾਉਂਦੇ ਨਹੀਂ ਹੁੰਦੇ। ਮੁਸ਼ਕਲ ਇਹ ਹੋ ਗਈ
बड़े शौक से सुन रहा था ज़माना, हम ही सो गए ਦਾਸਤਾਂ कहते कहते। ਅਸੀਂ ਦੱਸ ਹੀ ਨਹੀਂ ਸਕੇ, ਇਸੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ। ਹਾਂਜੀ ਇਹ ਗੱਲ ਕੀਤੀ ਤੁਸੀਂ ਸਖੀ ਸਰਵਰ ਦੀ, ਹਾਂਜੀ ਵੀ ਸਾਨੂੰ ਪਤਾ ਹੀ ਨਹੀਂ, ਅਸੀਂ ਹਰ ਵੀਰਵਾਰ ਉੱਥੇ ਜਾ ਕੇ ਸੇਮੀਆਂ ਚੌਲ ਚੜਾ ਦਿੰਦੇ ਹਾਂ, ਬਸ ਮੱਥੇ ਟੇਕੀ ਜਾਂਦੇ ਹਾਂ। ਇਹ ਜਿਹੜੀ ਅਵੇਅਰਨੈਸ ਕ੍ਰੀਏਟ ਕਰਨੀ, ਇਹਦੇ ਵਿੱਚ ਅਸੀਂ ਆਪ ਤਾਂ ਜ਼ਿੰਮੇਵਾਰ ਹਾਂ, ਪਰ ਸਾਡੀਆਂ ਸੁਸਾਇਟੀਆਂ ਉਹ ਵੀ ਜ਼ਿੰਮੇਵਾਰ ਨੇ। ਉਹਨਾਂ ਨੇ ਸਾਨੂੰ ਦੱਸਣਾ ਹੈਗਾ। ਬਿਲਕੁਲ ਉਹ ਦੱਸਣ ਦੇ ਵਿੱਚ ਜੋ ਅੱਜ ਕੱਲ੍ਹ ਹਾਲ ਹੋ ਰਿਹਾ ਹੈ, ਤੇ ਜਿਸ ਤਰ੍ਹਾਂ ਪ੍ਰਚਾਰ ਵੀ ਆਪਣਾ ਭਾਈ ਸਾਹਿਬ ਚੱਲ ਰਿਹਾ ਹੈ ਪੰਜਾਬ ਦੇ ਵਿੱਚ, ਕਿ ਰਾਗੀ ਢਾਡੀ ਪ੍ਰਚਾਰਕ ਜੇ ਜਾਂਦੇ ਨੇ, ਕਿਉਂਕਿ ਉਹਨਾਂ ਆਪਣੀ ਰੋਟੀ ਰੋਜੀ ਵੀ ਕਮਾਉਣੀ ਹੈ, ਉਹਨਾਂ ਪੈਸੇ ਉੱਥੋਂ ਲੈਣੇ। ਤੇ ਸਿੰਘ ਸਾਹਿਬ ਆਪਣੇ ਫਤਿਹਗੜ੍ਹ ਸਾਹਿਬ ਵਾਲੇ, ਉਹ ਪਿਛਲੇ ਹਫ਼ਤੇ ਸਿੱਖ ਚੈਨਲ ਦੇ ਸਟੂਡੀਓ ਵਿੱਚ ਵੀ ਆਏ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ। ਉਹ ਕਹਿੰਦੇ ਵੀ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਪਤਾ ਕੀਤਾ ਵੀ ਕਿਉਂ ਤੁਸੀਂ ਕ੍ਰਿਸਚਨ ਬਣ ਰਹੇ ਹੋ। ਕਹਿੰਦੇ ਜਦੋਂ ਤੁਹਾਡੇ ਪ੍ਰਚਾਰਕ ਆਉਂਦੇ ਨੇ, ਉਹ ਦੇਖਦੇ ਨੇ ਕਿ ਸਾਨੂੰ ਕੀ ਦਿੰਦੇ ਆ, ਤੁਹਾਨੂੰ ਕੀ ਦਿੰਦੇ ਹੋ, ਤਾਂ ਜੋ ਉਹਨਾਂ ਦੇ ਪ੍ਰਚਾਰਕ ਆਉਂਦੇ ਉਹ ਸਾਨੂੰ ਕੋਈ ਦੇ ਕੇ ਜਾਂਦੇ ਆ। ਸਾਡੀ ਸਿੱਖੀ ਇੱਥੇ ਖੜੀ ਹੈ। ਬਸ ਜੇ ਉਹਨਾਂ ਨੇ ਪਿੰਡਾਂ ਦੇ ਵਿੱਚ, ਹੁਣ ਆਪਣੇ ਪਿੰਡਾਂ ਵਿੱਚ ਹੈ, ਸਾਡੇ ਪਿੰਡ ਹੀ ਲਾ ਲਓ, ਉਹਨਾਂ ਨੇ ਉੱਥੇ ਆ ਕੇ ਦੁੱਧ ਫ੍ਰੀ ਦੇਣਾ, ਦਵਾਈਆਂ ਫ੍ਰੀ ਦੇਣੀਆਂ, ਆਹ ਕੁਛ ਕਰਨਾ, ਆਹ ਕਰਨ, ਲੋਕੀ ਮਗਰ ਲੱਗ ਗਏ, ਹੌਲੀ ਹੌਲੀ ਲੱਗ ਗਏ। ਸੋ ਇਹ ਕੁਝ ਜਿਹੜੇ, ਕਿਉਂਕਿ ਪਿੰਡਾਂ ਦਾ ਵਾਤਾਵਰਨ ਇਹੋ ਜਿਹਾ ਹੈ, ਉੱਥੇ ਕੋਈ ਲਾਲਚ ਦਿੰਦਾ ਹੈ, ਜਾਂ ਤਾਂ ਉਹ ਤੋਂ ਵੱਡਾ ਲਾਲਚ ਅਸੀਂ ਦੇਈਏ ਨਾ, ਵੀ ਤੁਸੀਂ ਸਿੱਖ ਬਣੋ, ਤੁਹਾਨੂੰ ਆਹ ਮਿਲੂਗਾ, ਆਹ ਹੋਊਗਾ, ਆਹ ਹੋਊਗਾ। ਪਰ ਨਹੀਂ, ਅਸੀਂ ਵਿਸਲੇ ਕੋਲੇ ਹਾਂ, ਅਸੀਂ ਪੂਰੇ ਵਿਸਲੇ ਹਾਂ, ਸਾਡੀਆਂ ਸਾਰੀਆਂ ਸੰਸਥਾਵਾਂ ਵੀ। ਵੀ ਆਪੇ ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਕਿ ਅਸੀਂ ਸਿੱਖ ਬਣਾਉਂਦੇ ਨਹੀਂ, ਕਿਸੇ ਦੇ ਚੰਗੇ ਭਾਗ ਹੋਣ ਉਹ ਸਿੱਖ ਬਣ ਜਾਂਦਾ, ਅਸੀਂ ਨਹੀਂ ਬਣਾਉਣਾ। ਅਸੀਂ ਕਿਸੇ ਨੂੰ ਨਹੀਂ ਕਹਿਣਾ ਵੀ ਤੂੰ ਸਿੱਖ ਬਣ ਜਾ। ਤੇ ਇਹ ਬੜੀ ਮੰਦਭਾਗੀ ਜਿਹੜੀ ਇਸ ਵੇਲੇ ਸਿਚੁਏਸ਼ਨ ਹੈ ਭਾਈ ਸਾਹਿਬ ਜੀ, ਜੋ ਉਹ ਜਿਸ ਤਰ੍ਹਾਂ ਆਪਾਂ ਡਿਸਕਸ ਵੀ ਅੱਗੇ ਵੀ ਕੀਤਾ, ਵੀ ਜੋ ਕੁਛ ਕ੍ਰਿਸਚੀਅਨ ਪ੍ਰੀਚਰ ਅੱਜ ਕੱਲ੍ਹ ਕਰ ਰਿਹਾ ਹੈ, ਪਿੰਡਾਂ ਦਾ ਆਮ ਗਰੀਬ ਤਬਕਾ ਉਹ ਚਾਹੁੰਦਾ ਹੈ ਕਿ ਸਾਨੂੰ ਕੋਈ ਦੇ ਕੇ ਜਾਂਦਾ, ਚਲੋ ਅਸੀਂ ਵੀ ਚੱਲ ਜਾਵਾਂਗੇ। ਉਦੋਂ ਬਾਅਦ ਚਰਚ ਪਿੰਡ ਬਣ ਜਾਂਦੇ। ਸਾਡੇ ਆਪਣੇ ਪਿੰਡ ਵਿੱਚ 2 ਚਰਚ ਬਣ ਗਏ ਨੇ ਇਸੇ ਕਰਕੇ। ਤੇ ਇਹਨੂੰ ਠੱਲ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਕਿੱਦਾਂ ਪੈਣੀ ਆ, ਕੌਣ ਪਾਵੇਗਾ। ਕਿਉਂਕਿ ਅਸੀਂ ਤੇ ਸਾਡੀ ਇਨਵੈਸਟਮੈਂਟ, ਮੈਂ ਪਹਿਲਾਂ ਵੀ ਦੱਸ ਚੁੱਕਾ, ਸਾਡੀ ਇਨਵੈਸਟਮੈਂਟ ਗੁਰਦੁਆਰਿਆਂ ਦੇ ਉੱਤੇ ਆ। ਉਹਨਾਂ ਦੀ ਇਨਵੈਸਟਮੈਂਟ ਹੈ ਗੁਰਦੁਆਰਿਆਂ ਵਿੱਚ ਜਾਂ ਚਰਚਾਂ ਵਿੱਚ ਲਿਆਉਣ ਲਈ। ਉਹ ਉੱਥੇ ਖੜੇ ਨੇ ਵੀ ਚਰਚ ਵਿੱਚ ਪਹਿਲਾਂ ਲਿਆਉਣ ਵਾਲੇ ਬਣਾ ਲਈਏ, ਬਾਅਦ ਵਿੱਚ ਚਰਚ ਦੇਖੀ ਜਾਓ। ਅਸੀਂ ਗੁਰਦੁਆਰੇ ਬਹੁਤ ਸੋਹਣੇ ਬਣਾਏ ਨੇ, ਚਾਹੀਦੇ ਵੀ ਨਹੀਂ, ਗੁਰੂ ਦਾ ਦਰ ਹੈ। ਪਰ ਇਹ ਤੋਂ ਅਗਾਂਹ ਸਟੈਪ ਭਾਈ ਸਾਹਿਬ ਜੀ ਕੌਣ ਲਵੇਗਾ, ਤਾਂ ਕਿੱਧਰ ਨੂੰ ਜਾਣਾ ਹੈ? ਕੋਈ ਆਪਾਂ ਨੂੰ ਰਾਹ ਕਰਨਾ ਪੈਣਾ ਹੈ। ਤੁਸੀਂ ਦੱਸਿਆ ਸਿੱਖ ਚੈਨਲ 12-13 ਸਾਲਾਂ ਤੋਂ ਪ੍ਰਚਾਰ ਕਰ ਰਿਹਾ, ਸਾਡੀ ਕੋਸ਼ਿਸ਼ ਇਹੀ ਹੈ ਅਵੇਅਰਨੈਸ ਕ੍ਰੀਏਟ ਕਰਨ ਦੀ। ਪਰ ਅਸੀਂ ਇੱਕ ਚੈਨਲ ਕੀ ਕਰ ਸਕਦਾ, ਇੱਥੇ ਬੈਠਾ ਜਿੰਨੇ ਜੋਗੇ ਹਾਂ ਕਰੀ ਜਾਂਦੇ ਹਾਂ, ਪਰ ਇਹ ਤੋਂ ਅਗਾਂਹ ਸਟੈਪ ਕਿਹੜਾ ਹੈ ਜੀ? ਜਿਹੜੀ ਤੁਸੀਂ ਪ੍ਰਚਾਰਕਾਂ ਦੀ ਗੱਲ ਕੀਤੀ ਨਾ ਡਾਕਟਰ ਸਾਹਿਬ, ਕਿਉਂਕਿ ਉਹਨਾਂ ਦਾ ਇਹ ਰੁਜ਼ਗਾਰ ਹੈ, ਕਈਆਂ ਦਾ ਧੰਦਾ ਹੈ, ਉਹਨਾਂ ਨੇ ਜਾ ਕੇ ਬਾਹਰ ਗੱਲ ਵੀ ਉਹ ਕਰਨੀ ਹੁੰਦੀ ਹੈ ਜਿਹੜੀ ਗੱਲ ਸੁਣ ਕੇ ਲੋਕਾਂ ਨੇ ਪੈਸੇ ਦੇਣੇ ਆ। ਉਹਨਾਂ ਨੇ ਸਿਧਾਂਤ ਦੀ ਗੱਲ ਨਹੀਂ ਕਰਨੀ ਹੁੰਦੀ, ਉਹਨਾਂ ਨੇ ਆਪਣਾ ਸਮਾਂ ਪਾਸ ਕਰਨਾ ਹੁੰਦਾ ਹੈ, ਕਿਉਂਕਿ ਉਹ ਧੰਦੇ ਵਾਲੇ ਨੇ। ਉਹ ਸਿੱਖ ਧਰਮ ਦੇ ਵਿੱਚ ਜਿਹੜੀ ਪ੍ਰਚਾਰਕ ਸ਼੍ਰੇਣੀ ਹੈ ਇਹ ਹੈ ਹੀ ਨਹੀਂ, ਮੈਨੂੰ ਖਿਮਾ ਕਰ ਦਿਓ। ਇਹ ਕਿਰਤੀਆਂ ਦਾ ਧਰਮ ਹੈ, ਵਿਹਲੜਾਂ ਦਾ ਥੋੜ੍ਹਾ ਹੈ। ਇੱਥੇ ਬਾਬਾ ਬੁੱਢਾ ਜੀ ਵਰਗਾ ਸੱਚਖੰਡ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਲੱਗ ਕੇ ਵੀ ਕਿਰਤ ਕਰਦੇ ਰਹੇ। ਅੱਜ ਅਸੀਂ ਇੱਕ ਸ਼੍ਰੇਣੀ ਪੈਦਾ ਕਰ ਲਈ ਹੈ। ਇਹ ਠੀਕ ਹੈ, ਗੁਰਦੁਆਰਿਆਂ ਦੇ ਵਿੱਚ ਉਹਨੂੰ ਚੱਲਦਾ ਰੱਖਣ ਵਾਸਤੇ ਸਾਨੂੰ ਉਹਨਾਂ ਦੀ ਜ਼ਰੂਰਤ ਪੈਂਦੀ ਹੈ। ਉਹਨਾਂ ਇਹ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਹੋਣੀਆਂ ਚਾਹੀਦੀਆਂ, ਤਾਂ ਕਿ ਉਹ ਬਾਹਰ ਜਾ ਕੇ ਲੋਕਾਂ ਵੱਲ ਨਾ ਦੇਖਣ। ਬਹੁਤੀ ਵਾਰੀ ਇਹ ਦੇਖਣ 'ਚ ਆਉਂਦਾ ਹੈ ਵੀ ਅਸੀਂ ਜਿਹੜੇ ਸਾਡੇ ਪ੍ਰਚਾਰਕ ਜਾਂਦੇ ਨੇ ਨਾ ਬਾਹਰ ਗੁਰਦੁਆਰਿਆਂ 'ਚ, ਉਹ ਇਹ ਵੇਖਦੇ ਰਹਿੰਦੇ ਨੇ ਵੀ ਸੰਗਤ ਜਿਹੜੀ ਮੂਹਰੇ ਬੈਠੀ ਹੈ ਉਹ ਕਿਹੜੀ ਗੱਲ ਸੁਣਨਾ ਪਸੰਦ ਕਰਦੀ ਹੈ, ਅਸੀਂ ਕਿਹੜੀ ਗੱਲ ਕਰੀਏ ਜਿਹਦੇ ਨਾਲ ਸਾਨੂੰ ਪੈਸੇ ਮਿਲਣ। ਜੇ ਸੰਗਤ ਮਤਲਬ ਸਾਬਤ ਸੂਰਤ ਨਹੀਂ ਹੈ ਤੇ ਉਹ ਸਾਬਤ ਸੂਰਤ ਹੋਣ ਦੀ ਗੱਲ ਨਹੀਂ ਕਰਦੇ, ਉਹ ਖੰਡੇ ਦੀ ਪੌਲ ਦੀ ਗੱਲ ਨਹੀਂ ਕਰਦੇ, ਉਹ
ਆਪਣੀ ਮਰਜ਼ੀ ਦੇ ਨਾਲ ਜਿਹੜੀ ਉਹਨਾਂ ਨੂੰ ਸੂਟ ਕਰਦੀ, ਕਿਉਂਕਿ ਉਹ ਇੱਕ ਥੋੜ੍ਹੇ ਚਿਰ ਵਾਸਤੇ ਆਪਣਾ ਮਕਸਦ ਹੱਲ ਕਰਨ ਵਾਸਤੇ ਆਏ ਹੁੰਦੇ ਆ। ਉਹਨਾਂ ਨੇ ਪੈਸੇ ਕਮਾਉਣੇ ਹੁੰਦੇ, ਪੈਸੇ ਲੈਣ ਵਾਸਤੇ ਆਏ ਹੁੰਦੇ ਆ। ਮੈਨੂੰ ਯਾਦ ਆ ਡਾਕਟਰ ਸਾਹਿਬ, ਜਿਨ੍ਹਾਂ ਦਿਨਾਂ 'ਚ ਮਿਸ਼ਨਰੀ ਕਾਲਜ ਅਸੀਂ ਪੜ੍ਹਦੇ ਹੁੰਦੇ ਸੀ, ਪ੍ਰੈਕਟੀਕਲ ਟ੍ਰੇਨਿੰਗ ਵਾਸਤੇ ਡਿਊਟੀਆਂ ਲੱਗਦੀਆਂ ਹੁੰਦੀਆਂ ਸੀ। ਮੰਡ ਦੇ ਇਲਾਕੇ 'ਚ ਵੱਖਰੇ ਵੱਖਰੇ ਪਿੰਡਾਂ ਵਿੱਚ ਸ਼ਾਮ ਨੂੰ ਜਾਣਾ ਅਸੀਂ, ਤੇ ਪਿੰਡ ਦੀਆਂ ਪੰਚਾਇਤਾਂ ਬਾਹਰ ਫਿਰਨੀ ਤੇ ਖੜੀਆਂ ਹੁੰਦੀਆਂ ਸੀ। ਸਾਡੇ ਪਿੰਡ 'ਚ ਅੱਜ ਪ੍ਰਚਾਰਕਾਂ ਨੇ ਆਉਣਾ ਹੈ, ਉਹਨਾਂ ਨੇ ਗੁਰਬਾਣੀ ਦੀ ਗੱਲ ਸਾਡੇ ਨਾਲ ਕਰਨੀ ਹੈ। ਲੋਕੀ ਸੁਣਨਾ ਚਾਹੁੰਦੇ ਸੀ, ਪਰ ਕੀ ਕਾਰਨ ਕੀ ਸੀ? ਜਿਹੜੀਆਂ ਸਾਡੀਆਂ ਸ਼੍ਰੋਮਣੀ ਜਥੇਬੰਦੀਆਂ ਸੀ, ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਚੱਕੀ ਹੋਈ ਸੀ, ਉਹਨਾਂ ਨੇ ਆਪਣਾ ਸਾਰਾ ਪ੍ਰਚਾਰਕ ਤੰਤਰ ਹੈ ਜਿਹੜਾ, ਉਹ ਰਾਜਨੀਤਿਕ ਦੇ ਅਧੀਨ ਕਰਕੇ ਉਹਨੂੰ ਤਾਕਤ ਦੇਣ ਦੇ ਵਿੱਚ ਝੋਕਿਆ ਹੁੰਦਾ ਸੀ। ਹਰ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਉੱਥੇ ਦਾ ਜਿਹੜਾ ਲੋਕਲ MLA ਹੈ ਜਾਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ, ਉਹਦੀਆਂ ਵਗਾਰਾਂ ਪੂਰੀਆਂ ਕਰਨ ਵਾਸਤੇ ਲੱਗਾ ਹੁੰਦਾ ਸੀ। ਹੁਣ ਤਾਂ ਬਿਲਕੁਲ ਹੀ ਗੱਲ ਖਤਮ ਹੋ ਗਈ। ਜਦੋਂ ਅਸੀਂ ਸਿਧਾਂਤਕ ਪੱਖ ਦੀ ਗੱਲ ਕਰਦੇ ਹਾਂ, ਜਦੋਂ ਇਹਦਾ ਫਿਲੋਸਫੀਕਲ ਐਸਪੈਕਟ ਦੀ ਅਸੀਂ ਗੱਲ ਕਰਦੇ ਹਾਂ, ਜਦੋਂ ਤੱਕ ਧਾਰਮਿਕ ਆਗੂ ਦਾ ਰਾਜਨੀਤਿਕ ਨਾਲ ਗੱਠਜੋੜ ਖਤਮ ਨਹੀਂ ਹੁੰਦਾ, ਉਦੋਂ ਤੱਕ ਆਮ ਜਨਤਾ ਦੇ ਵਿੱਚ ਅਵੇਅਰਨੈਸ ਲੈ ਕੇ ਆਉਣੀ ਔਖੀ ਹੈ। ਤੇ ਜਦੋਂ ਤੱਕ ਉਹਨਾਂ 'ਚ ਅਵੇਅਰਨੈਸ ਨਹੀਂ ਆਊਗੀ, ਜਿੰਨਾ ਮਰਜ਼ੀ ਅਸੀਂ ਉਹਨਾਂ ਨੂੰ ਲਾਲਚ ਦੇ ਲਈਏ, ਜਿੰਨਾ ਮਰਜ਼ੀ ਉਹਨਾਂ ਨੂੰ ਰੋਕਣ ਦਾ ਜਤਾ ਕਰ ਲਈਏ, ਡਾਕਟਰ ਸਾਹਿਬ, ਅਸੀਂ ਰੋਕ ਨਹੀਂ ਸਕਾਂਗੇ। ਇਹ ਹੀ ਸੱਚ ਹੈ। ਇੱਕ ਹੋਰ ਬਹੁਤ ਵੱਡੀ ਗੱਲ, ਗੁਰੂ ਨਾਨਕ ਦਾ ਧਰਮ ਬੁਜ਼ਦਲਾਂ ਦਾ ਧਰਮ ਨਹੀਂ ਹੈ, ਇਹ ਸੂਰਮਿਆਂ ਦਾ ਧਰਮ ਹੈ। ਇਹ ਬਹਾਦਰਾਂ ਦਾ ਧਰਮ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਹਿਤਾ ਸੀ ਨਾ, ਜਾਓ ਤੋਂ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮੈਰਗ ਪੈਰ ਧੀਜੇ, ਸਿਰ ਦੀਜੇ ਕਾਣ ਨਾ ਕੀਜੇ। ਕਬੀਰ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਹਿਤਾ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ। ਇੱਥੇ ਜੂਝਣ ਵਾਲੇ ਲੋਕਾਂ ਦਾ ਧਰਮ ਹੈ, ਜਿਨ੍ਹਾਂ ਨੇ ਆਪਣਾ ਜੀਵਨ ਸੁਖੀ ਕਰਨਾ ਹੈ, ਆਲੇ ਦੁਆਲੇ ਦੀਆਂ ਰੁਕਾਵਟਾਂ ਨੂੰ ਰੋਕ ਕੇ। ਮੇਰਾ ਇਹ ਮੰਨਣਾ ਹੈ, ਜਿਨ੍ਹਾਂ ਕੋਲ ਮੇਰਾ ਤਜਰਬਾ ਹੈ ਜਾਂ ਜਿਨ੍ਹਾਂ ਕੋਲ ਮੈਨੂੰ ਸਮਝ ਹੈ, ਵੀ ਜਦੋਂ ਤੱਕ ਸਿੱਖ ਆਪਣੀ ਸਾਰੇ ਲਾਲਚ ਛੱਡ ਕੇ ਗੁਰਬਾਣੀ ਨਾਲ ਨਹੀਂ ਜੁੜੂਗਾ, ਜਦੋਂ ਤੱਕ ਆਪਣਾ ਮੁਕਤੀ ਦਾਤਾ, ਆਪਣੇ ਸਾਰੇ ਕਾਰਜਾਂ ਨੂੰ ਹੱਲ ਕਰਨ ਦੀ ਸ਼ਕਤੀ ਰੱਖਣ ਵਾਲਾ ਆਪਣੇ ਗੁਰੂ ਨੂੰ ਸਵੀਕਾਰ ਨਹੀਂ ਕਰਨਗੇ। ਅੱਜ ਹੁੰਦਾ ਇਹ ਹੈ, ਗੁਰਦੁਆਰੇ ਅਖੰਡ ਪਾਠ ਵੀ ਰੱਖਿਆ ਹੁੰਦਾ ਹੈ, ਤੇ ਨਾਲ ਕਿਸੇ ਡੇਰੇਦਾਰ ਦੇ ਕੋਲੋਂ ਧਾਗਾ ਵੀ ਲਿਆਂਦਾ ਜਾ ਰਿਹਾ ਹੁੰਦਾ। ਉਹ ਪਾਣੀ ਦੀ ਬੋਤਲ 'ਚ ਪਤਾ ਨਹੀਂ ਕੀ ਪਾ ਕੇ ਦੇ ਦਿੰਦਾ ਹੈ, ਇਹਦਾ ਘਰ ਜਾ ਕੇ ਛਿੱਟਾ ਦੇ ਦੇਈਂ, ਤੇਰਾ ਕਲੇਸ਼ ਕੱਟਿਆ ਜਾਊ। ਚੰਗਾ ਕਲੇਸ਼ ਕੱਟਿਆ ਜਾਣਾ ਉਹਦਾ। ਜਦ ਅਸੀਂ ਭਾਣੇ 'ਚ ਰਹਿਣ ਵਾਲੇ ਲੋਕ ਹੈ, ਜੋ ਅਕਾਲ ਪੁਰਖ ਨੇ ਸਾਨੂੰ ਦਿੱਤਾ, ਅਸੀਂ ਉਹਦੇ ਵਿੱਚ ਰਹਿਣ ਵਾਲੇ ਲੋਕ ਹੈ। ਗੁਰਬਾਣੀ ਨੇ ਸਾਨੂੰ ਹਿੰਮਤ ਦੇਣੀ ਹੈ, ਤਾਕਤ ਦੇਣੀ ਹੈ। ਜਦੋਂ ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਨਾ, ਕਿ ਉਸ ਵੇਲੇ 1000 ਸਾਲ ਪਹਿਲਾਂ ਪ੍ਰੋਤ ਨੇ, ਬ੍ਰਾਹਮਣ ਨੇ ਆਮ ਬੰਦੇ ਦੀ ਸੋਚਣ ਸ਼ਕਤੀ ਖਤਮ ਕਰ ਦਿੱਤੀ ਸੀ। ਅੱਜ ਵੀ ਅਸੀਂ ਆਪਣੀ ਸੋਚਣ ਸ਼ਕਤੀ ਖਤਮ ਕਰੀ ਬੈਠੇ ਹਾਂ। ਜਦੋਂ ਤੱਕ ਸੋਚਣ ਸ਼ਕਤੀ ਨੂੰ ਸੁਚੇਤ ਨਹੀਂ ਕਰਾਂਗੇ, ਉਹਨੂੰ ਚੰਗੀ ਪਾੜ ਨਹੀਂ ਦਿਆਂਗੇ, ਧਾਰ ਉਹਦੀ ਨਹੀਂ ਬਣਾਂਗੇ ਆਪਣੀ ਸੋਚ ਦੀ, ਜਿਹੜੀ ਗੁਰਬਾਣੀ ਤੋਂ ਬਗੈਰ ਨਹੀਂ ਕੀਤੀ ਜਾ ਸਕਣੀ, ਉਦੋਂ ਤੱਕ ਇੱਕ ਖਤਰੇ ਨੂੰ ਲਾਂਭੇ ਕਰਾਂਗੇ, ਦੂਜਾ ਆਜੂ, ਦੂਜੇ ਨੂੰ ਖਤਰਾ ਲਾਂਭੇ ਕਰਾਂਗੇ, ਤੀਜਾ ਆਜੂ। ਉਹ ਵੀ ਸਮਾਂ ਸੀ 80-80 ਰੁਪਈਏ ਜੰਗਲਾਂ 'ਚ ਰਹਿਣ ਵਾਲਿਆਂ ਦਾ ਮੁੱਲ ਪੈਂਦਾ ਸੀ ਸਿਰਾਂ ਦਾ। ਅਸੀਂ ਫੇਰ ਵੀ ਗਾਉਂਦੇ ਰਹੇ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਏ ਚਾਉਣੇ ਹੋਏ। ਅੱਜ ਸਾਰੀ ਜ਼ਿੰਦਗੀ ਦੇ ਸੁੱਖ ਆਰਾਮ ਭੋਗਦੇ ਹੋਏ ਵੀ ਸਾਡਾ ਇਹ ਹਾਲ ਹੋਇਆ। ਉਹਦਾ ਜਿਹੜਾ ਰੂਟ ਕਾਜ਼ ਹੈ, ਸਭ ਤੋਂ ਵੱਡਾ ਕਾਰਨ ਇਹ ਹੈ, ਅਸੀਂ ਖੁਦ ਗੁਰਬਾਣੀ ਨਾਲੋਂ ਟੁੱਟ ਗਏ। ਉਹ ਸਾਡੀਆਂ ਸੰਸਥਾਵਾਂ ਜਿਨ੍ਹਾਂ ਨੇ ਸਾਨੂੰ ਗੁਰਬਾਣੀ ਨਾਲ ਜੋੜਨਾ ਸੀ, ਉਹ ਰਾਜਨੀਤਿਕਾਂ ਦੀ ਖੁਸ਼ਾਮਦ ਕਰਨ ਤੱਕ ਸੀਮਤ ਹੋ ਗਈਆਂ। ਉਹਨਾਂ ਨੇ ਆਪਣੇ ਸਧਾਰਨ ਸਿੱਖ ਜਿਹੜੇ ਨੇ, ਉਹਨਾਂ ਬਾਰੇ ਚਿੰਤਾ ਨਹੀਂ ਕੀਤੀ। ਹਾਂਜੀ। ਪਰ ਭਾਈ ਸਾਹਿਬ ਜਿਹੜਾ ਆਪਣਾ ਗੁਰਦੁਆਰੇ ਸਾਹਿਬ ਦਾ ਗ੍ਰੰਥੀ ਲਾ ਲਓ, ਪਿੰਡ ਦੀ ਗੱਲ ਕਰਦੇ ਆ, ਉਸ ਨੇ ਧਰਮ ਦਾ ਪ੍ਰਚਾਰ ਕਰਨਾ, ਸਭ ਕੁਝ ਕਰਨਾ, ਪਰ ਜੇ ਗ੍ਰੰਥੀ ਦੀ ਸਿਚੁਏਸ਼ਨ ਇਹੋ ਜਿਹੀ ਹੈ ਕਿ ਉਹਨੇ ਆਪਣੀ ਰੋਟੀ ਰੋਜੀ ਤੋੜਨ ਲਈ ਉਹ ਕਮੰਡਲ ਫੜ ਕੇ ਤੁਰ ਪੈਂਦਾ ਘਰ ਘਰ ਮੰਗਣ, ਇਹੋ ਜਿਹੀ ਸਿਚੁਏਸ਼ਨ ਆ, ਤਾਂ ਫਿਰ ਉਹਨੇ ਧਰਮ ਪ੍ਰਚਾਰ ਕੀ ਕਰਨਾ? ਬਿਲਕੁਲ। ਤਾਂ ਫਿਰ ਉਹਦਾ ਸੁਣੂਗਾ ਵੀ ਕੌਣ? ਬਿਲਕੁਲ ਠੀਕ ਹੈ। ਇਹ ਬਹੁਤ ਸਾਰੀਆਂ ਮੁਸ਼ਕਲਾਂ ਨੇ, ਇਹ ਸਾਰੀਆਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ। ਪਰ ਜਿਹੜੀ ਅੱਜ ਸਾਨੂੰ ਦਿਸਦੀ ਕਨਵਰਸ਼ਨ ਹੈ, ਉਹਦੇ ਨਾਲ ਜਿਹੜੀ ਅਣਦਿਸਦੀ ਕਨਵਰਸ਼ਨ ਹੈ, ਉਹ ਉਸ ਤੋਂ ਕਿਤੇ ਵੱਧ ਖਤਰਨਾਕ ਹੈ, ਡਾਕਟਰ ਸਾਹਿਬ। ਸੋ
ਇਹ ਜਿਹੜੀ ਇੱਕ ਕਨਵਰਸ਼ਨ ਹੋ ਰਹੀ ਹੈ ਇਹਦੇ ਉੱਤੇ ਸ਼ਾਇਦ ਸਾਨੂੰ ਪ੍ਰੋਗਰਾਮ ਹੋਰ ਵੀ ਕਰਨੇ ਪੈਣ, ਕਿਉਂਕਿ ਸਿੱਖ ਚੈਨਲ ਦਾ ਮੁੜ ਤੋਂ ਇਹ ਕੰਮ ਹੈ, ਮੁੜ ਤੋਂ ਇਹ ਨਿਸ਼ਾਨਾ ਲੈ ਕੇ ਤੁਰੇ ਆ ਕਿ ਅਵੇਅਰਨੈਸ ਕ੍ਰੀਏਟ ਕਰਨੀ ਕੀ ਹੋ ਰਿਹਾ ਹੈ, ਸਿੱਖ ਧਰਮ ਵਿੱਚ ਕੀ ਹੋ ਰਿਹਾ ਹੈ ਅਤੇ ਕਿੱਧਰ ਨੂੰ ਜਾ ਰਿਹਾ ਹੈ। ਇਹ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਸ਼ਾਇਦ ਪ੍ਰੋਗਰਾਮ ਹੋਰ ਕਰਨੇ ਪੈਣ, ਕਿਉਂਕਿ ਇਹ ਬੜਾ ਖਤਰਨਾਕ ਮੋੜ ਤੇ ਅਸੀਂ ਖੜੇ ਹਾਂ ਤੇ ਅਸੀਂ ਕੁਝ ਨਾ ਕੁਝ ਜੋ ਇੱਥੇ ਬੈਠੇ ਜੋ ਕੁਝ ਕਰ ਸਕਦੇ ਹਾਂ ਜ਼ਰੂਰ ਸਾਨੂੰ ਕਰਨਾ ਚਾਹੀਦਾ ਹੈ। ਉਹ ਆਪਾਂ ਗਾਂਹ ਜਾ ਕੇ ਫਿਰ ਡਿਸਕਸ ਕਰਾਂਗੇ। ਇੱਥੇ ਬੈਠ ਕੇ ਅਸੀਂ ਕੀ ਕਰ ਸਕਦੇ ਹਾਂ, ਉਹਨਾਂ ਦਾ ਪਿਛਲਿਆਂ ਦਾ ਲਾਲਚ ਖੜਾ ਛੱਡੋ, ਕੀ ਕਰ ਰਹੇ ਨੇ। ਸੋ ਅੱਜ ਦਾ ਆਪਣਾ ਕੋਈ ਸਮਾਂ ਇੰਨਾ ਹੀ ਹੈ ਤੇ ਭਾਈ ਸਾਹਿਬ ਜੀ ਇੱਥੇ ਸਮਾਪਤੀ ਕਰਨੀ ਪੈਣੀ, ਆਪਾਂ ਨੂੰ ਫਤਿਹ ਬੁਲਾਉਣੇ ਆ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ।